ਸ਼ਲੋਕ ਮਹਿਲਾ ਦੂਜਾ। ਜਿਨਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਜਿਨਨੀ ਚੱਲਣ ਜਾਣਿਆ ਮਤਲਬ ਜਿਨ੍ਹਾਂ ਨੇ ਇਹ ਸਮਝ ਲਿਆ ਹੈ, ਜਿਨ੍ਹਾਂ ਨੂੰ ਇਹ ਮੱਤ ਆ ਗਈ ਹੈ, ਸੱਚਾਈ ਦਾ ਪਤਾ ਲੱਗ ਗਿਆ ਹੈ ਕਿ ਇੱਥੋਂ ਚਲੇ ਜਾਣਾ ਹੈ। ਸੇ ਕਿਉਂ ਕਰੇ ਵਿਥਾਰ, ਵਿਥਾਰ ਦਾ ਮਤਲਬ ਫੈਲਾਓ, ਅਡੰਬਰ, ਖਲਾਰਾ। ਤਾਂ ਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ, ਆਪਣੇ ਮਨ ਨੂੰ ਜਗਤ ਦੇ ਧੰਦਿਆਂ ਵਿੱਚ ਨਹੀਂ ਖਿਲਰਨ ਦਿੰਦੇ, ਜਿਨ੍ਹਾਂ ਨੂੰ ਸਮਝ ਆ ਗਈ ਹੈ ਕਿ ਇੱਥੋਂ ਚਲੇ ਜਾਣਾ ਹੈ। ਹੁਣ ਇਹ ਗੱਲ ਸਮਝਣ ਵਾਲੀ ਹੈ। ਚਲੇ ਜਾਣਾ ਦੋ ਕਿਸਮ ਦਾ ਹੈ। ਇੱਕ ਤੇ ਹੈ ਸਰੀਰਕ ਮੌਤ। ਤਾਂ ਸਰੀਰਕ ਮੌਤ ਤੋਂ ਕਦੇ ਬਚਿਆ ਨਹੀਂ ਜਾ ਸਕਦਾ। ਸਰੀਰਕ ਮੌਤ ਹਰ ਇਨਸਾਨ ਦੀ ਆਉਣੀ ਹੀ ਆਉਣੀ ਹੈ। ਇੱਥੇ ਗੱਲ ਹੈ ਵਿਸਥਾਰ ਦੀ। ਵਿਥਾਰ ਦਾ ਮਤਲਬ ਇੱਥੇ ਹੈ ਦੁਨਿਆਵੀ ਜੰਜਾਲ, ਜਿਹੜੇ ਨੇ ਕਾਮ, ਕ੍ਰੋਧ, ਲੋਭ ਆਦਿਕ। ਰੱਬੀ ਰਜ਼ਾ ਪਾਣੇ ਤੋਂ ਉਲਟ ਜ਼ਿੰਦਗੀ ਜੀਣੀ ਔਰ ਇਸ ਸੰਸਾਰ ਦੇ ਅੰਦਰ ਪਾਪਾਂ, ਵਿਕਾਰਾਂ, ਅਪਰਾਧਾਂ ਆਦਿਕ ਦੇ ਖਿਲਾਰੇ ਖਿਲਾਰਨੇ, ਆਸ਼ਾਵਾਂ, ਤ੍ਰਿਸ਼ਨਾਵਾਂ ਦੇ ਖਿਲਾਰੇ ਖਿਲਾਰਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਵਿਕਾਰਾਂ ਦੇ ਨਾਲ ਜੁੜਿਆਂ, ਰੱਬੀ ਰਜ਼ਾ ਦੇ ਨਾਲੋਂ ਟੁੱਟਿਆਂ ਆਤਮਕ ਮੌਤ ਹੋ ਜਾਏਗੀ, ਅੰਦਰੋਂ ਇਨਸਾਨੀਅਤ ਖਤਮ ਹੋ ਜਾਏਗੀ, ਉਹ ਫਿਰ ਇਹੋ ਜਿਹੇ ਖਿਲਾਰੇ ਨਹੀਂ ਖਿਲਾਰਦੇ। ਜਿਨਨੀ ਚੱਲਣ ਜਾਣਿਆ, ਜਿਨ੍ਹਾਂ ਨੂੰ ਇਹ ਸਮਝ ਆ ਗਈ ਨਾ, ਆਖਾਂ ਜੀਵਾਂ ਵਿਸਰੇ ਮਰ ਜਾਉ। ਜਿਨ੍ਹਾਂ ਨੂੰ ਇਹ ਸਮਝ ਆ ਗਈ ਮਰਣੰ ਵਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣਾ, ਕਿ ਅਸਲੀ ਜੀਵਨ ਹੈ ਰੱਬੀ ਰਜ਼ਾ ਵਿੱਚ ਜੀਣਾ, ਰੱਬੀ ਗੁਣਾਂ ਵਾਲੀ ਜ਼ਿੰਦਗੀ ਜੀਣੀ ਹੀ ਅਸਲੀ ਜੀਵਨ ਹੈ। ਸੱਚ ਨੂੰ ਵਿਸਾਰ ਦੇਣਾ ਅਸਲ ਦੇ ਅੰਦਰ ਇਨਸਾਨੀਅਤ ਦੀ ਮੌਤ ਹੈ। ਤਾਂ ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਆ ਗਈ ਕਿ ਸੱਚ ਨੂੰ ਵਿਸਾਰਨ ਦੇ ਨਾਲ, ਪਾਪਾਂ ਅਪਰਾਧਾਂ ਦੇ ਨਾਲ ਖਚਿਤ ਹੋਣ ਕਰਕੇ, ਆਸਾਵਾਂ ਤ੍ਰਿਸ਼ਨਾਵਾਂ ਦੇ ਖਿਲਾਰੇ ਖਿਲਾਰਨ ਕਰਕੇ ਮਨੁੱਖ ਦੀ ਆਤਮਕ ਮੌਤ ਹੋ ਜਾਂਦੀ ਹੈ, ਉਹ ਫਿਰ ਇਸ ਜਗਤ ਵਿੱਚ ਵਿਕਾਰਾਂ ਦੇ, ਆਸਾ ਤ੍ਰਿਸ਼ਨਾ ਦੇ ਖਿਲਾਰੇ ਨਹੀਂ ਖਿਲਾਰਦੇ, ਉਹ ਜੰਜਾਲਾਂ ਦੇ ਵਿੱਚ ਨਹੀਂ ਪੈਂਦੇ। ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਪਰ ਜਿਹੜੇ ਇਸ ਸਾਰ ਨੂੰ ਨਹੀਂ ਜਾਣਦੇ, ਜਿਨ੍ਹਾਂ ਨੇ ਆਤਮਕ ਜੀਵਨ ਦੀ ਸਾਰ ਨੂੰ ਨਹੀਂ ਸਮਝਿਆ, ਕੀਮਤ ਨੂੰ ਨਹੀਂ ਸਮਝਿਆ, ਜਿਨ੍ਹਾਂ ਨੇ ਇਹ ਸਮਝਿਆ ਹੀ ਨਹੀਂ ਕਿ ਵਿਕਾਰੀ ਜ਼ਿੰਦਗੀ ਜੀਣ ਦੇ ਨਾਲ ਆਤਮਕ ਮੌਤ ਹੋ ਜਾਂਦੀ ਹੈ, ਅੰਦਰੋਂ ਇਨਸਾਨੀਅਤ ਮੁੱਕ ਜਾਂਦੀ ਹੈ, ਖੁਸ਼ੀਆਂ ਖੇੜੇ ਖਤਮ ਹੋ ਜਾਂਦੇ ਨੇ, ਪ੍ਰਭੂ ਨਾਲੋਂ ਦੂਰੀ ਵੱਧ ਜਾਂਦੀ ਹੈ, ਉਹ ਫਿਰ ਦੁਨਿਆਵੀ ਕਾਰਜ ਸਵਾਰਦੇ ਨੇ, ਭਾਵ ਉਹ ਧੰਦਿਆਂ ਦੇ ਵਿੱਚ ਲੱਗੇ ਰਹਿੰਦੇ। ਕਾਜ ਸਵਾਰਨ ਦਾ ਹਾਰ ਦਾ ਮਤਲਬ ਫਿਰ ਉਹ ਨਿਰੇ ਧੰਦਿਆਂ ਦੇ ਵਿੱਚ ਲੱਗੇ ਰਹਿੰਦੇ ਨੇ। ਔਰ ਇਸ ਗੱਲ ਨੂੰ ਨੋਟ ਕਰਨਾ, ਕਿਰਤ ਔਰ ਧੰਦੇ ਵਿੱਚ ਫਰਕ ਹੈ। ਕਿਰਤ ਕਹਿੰਦੇ ਨੇ ਸੱਚ ਨੂੰ ਆਧਾਰ ਬਣਾ ਕੇ ਜੋ ਅਸੀਂ ਕੰਮ ਕਰਨਾ ਹੈ, ਉਹ ਹੁੰਦੀ ਹੈ ਕਿਰਤ। ਲੇਕਿਨ ਜੋ ਕੰਮ ਝੂਠ ਨੂੰ ਬੇਸ ਬਣਾ ਕੇ ਕੀਤਾ ਜਾਏ, ਜਿਸ ਨੂੰ ਅਸੀਂ 2 ਨੰਬਰ ਦੇ ਧੰਦੇ ਕਹਿੰਦੇ ਆ, ਉਹ 2 ਨੰਬਰ ਦੇ ਜੋ ਕੰਮ ਨੇ ਉਹ ਧੰਦੇ ਔਰ ਜੰਜਾਲ ਹੁੰਦੇ ਨੇ। ਇੱਥੇ ਉਹਨਾਂ ਧੰਦਿਆਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਆਤਮਕ ਮੌਤ ਨੂੰ ਨਹੀਂ ਸਮਝਿਆ, ਜਿਨ੍ਹਾਂ ਨੇ ਆਤਮਕ ਜੀਵਨ ਦੀ ਕਦਰ ਨੂੰ ਨਹੀਂ ਜਾਣਿਆ, ਉਹ ਫਿਰ ਇਹਨਾਂ ਧੰਦਿਆਂ ਦੇ ਵਿੱਚ ਪੈ ਰਹਿੰਦੇ ਨੇ, ਉਹ ਵਿਕਾਰਾਂ ਦੇ ਅੰਦਰ ਫਸੇ ਰਹਿੰਦੇ ਨੇ ਔਰ ਉਹ ਵਿਕਾਰਾਂ ਦਾ ਔਰ ਮੋਹ ਦਾ ਖਿਲਾਰਾ ਖਿਲਾਰੀ ਰੱਖਦੇ ਨੇ। ਮਹਿਲਾ ਦੂਜਾ। ਰਾਤ ਕਾਰਨ ਧਨ ਸੰਚੀਐ, ਭਲਕੇ ਚੱਲਣ ਹੋਏ। ਭਲਕੇ ਦਾ ਮਤਲਬ ਅਗਲੇ ਦਿਨ। ਹੁਣ ਇੱਥੇ ਇੱਕ ਮਿਸਾਲ ਲੈ ਰਹੇ ਨੇ ਕਿ ਜੇ ਸਿਰਫ ਇੱਕ ਰਾਤ ਵਾਸਤੇ ਤੁਸੀਂ ਬਹੁਤ ਸਾਰਾ ਧਨ ਦੌਲਤ ਇਕੱਠੀ ਕਰ ਲਓ, ਤੁਸੀਂ ਰਾਸਤੇ ਵਿੱਚ ਹੋ, ਮੁਸਾਫਰ ਹੋ, ਕਿਤੇ ਰਾਤ ਰੁਕੇ ਹੋ ਤੇ ਤੁਹਾਨੂੰ ਬਹੁਤ ਵੱਡਾ ਖਜ਼ਾਨਾ ਮਿਲ ਜਾਏ ਸਿਰਫ ਇੱਕ ਰਾਤ ਵਾਸਤੇ, ਤੇ ਸਵੇਰੇ ਤੁਹਾਨੂੰ ਉਹ ਖਜ਼ਾਨਾ ਛੱਡ ਕੇ ਜਾਣਾ ਪੈ ਜਾਏ, ਤਾਂ ਕਿੰਨਾ ਦੁੱਖ ਹੋਏਗਾ ਨਾ, ਕਿੰਨਾ ਦੁੱਖ ਹੋਏਗਾ, ਉਹਦੀ ਖੁਸ਼ੀ ਨਹੀਂ ਹੋਏਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜ਼ਿੰਦਗੀ ਦੇ ਵਿੱਚ ਪਛਤਾਵਾ ਹੋਏਗਾ ਨਾ ਕਿ ਇੰਨਾ ਸਾਰਾ ਧਨ ਮਿਲਿਆ, ਯਾਰ ਮੈਨੂੰ ਛੱਡ ਕੇ ਆਉਣਾ ਪੈ ਗਿਆ, ਉਹਦਾ ਲਾਭ ਕੀ ਹੋਇਆ, ਸਾਰੀ ਜ਼ਿੰਦਗੀ ਬੰਦਾ ਪਛਤਾਉਂਦਾ ਰਹੇਗਾ। ਇਸੇ ਤਰ੍ਹਾਂ ਜਿਵੇਂ ਸਿਰਫ ਇੱਕ ਰਾਤ ਵਾਸਤੇ ਬੰਦਾ ਬਹੁਤ ਸਾਰਾ ਪੈਸਾ, ਧਨ ਦੌਲਤ ਇਕੱਠਾ ਹੋਵੇ ਉਹਦੇ ਕੋਲ, ਔਰ ਸਿਰਫ ਇੱਕ ਰਾਤ ਵਾਸਤੇ ਹੋਏ ਤੇ ਅਗਲੇ ਦਿਨ ਉਹਦੀ ਮੌਤ ਹੋ ਜਾਣੀ ਹੋਵੇ, ਜਾਂ ਉਹਨੂੰ ਉੱਥੇ ਹੀ ਛੱਡ ਕੇ ਕਿਤੇ ਹੋਰ ਜਾਣਾ ਪੈ ਜਾਏ ਤੇ ਉਹਦੇ ਕੰਮ ਹੀ ਨਾ ਆਵੇ, ਤਾਂ ਕੇਵਲ ਪਛਤਾਵਾ ਹੁੰਦਾ ਹੈ। ਇਹ ਮਿਸਾਲ ਲੈ ਕੇ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਇਸੇ ਤਰ੍ਹਾਂ ਥੋੜੇ ਜਿਹੇ ਚਿਰ ਦੇ ਸੁੱਖ ਵਾਸਤੇ ਵਿਕਾਰ ਕਮਾਣੇ,
ਔਰ ਜਦੋਂ ਬੰਦਾ ਵਿਕਾਰ ਔਰ ਪਾਪ ਅਪਰਾਧ ਕਮਾਉਂਦਾ ਹੈ, ਆਤਮਕ ਮੌਤ ਹੋ ਜਾਂਦੀ ਹੈ ਨਾਲ ਦੇ ਨਾਲ, ਫਿਰ ਸਾਰੀ ਜ਼ਿੰਦਗੀ ਬੰਦਾ ਪਛਤਾਉਂਦਾ ਰਹਿੰਦਾ ਹੈ। ਜਿਵੇਂ ਗੁਰੂ ਜੀ ਨੇ ਸਾਨੂੰ ਸਮਝਾਇਆ ਹੈ, ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਦੁਖ ਪਾਵੇ, ਘੜੀ ਮੋਹਤ ਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੇ। ਜਿਵੇਂ ਕੋਈ ਵੀ ਮਨੁੱਖ ਕੋਈ ਵੀ ਚੋਰੀ ਆਦਿਕ ਦਾ ਕਰਮ ਕਰ ਲੈਂਦਾ ਹੈ ਤੇ ਫੜੇ ਜਾਣ ਤੋਂ ਬਾਅਦ ਫਿਰ ਸਾਰੀ ਜ਼ਿੰਦਗੀ ਪਛਤਾਉਂਦਾ ਹੈ। ਜਿਵੇਂ ਬਾਂਦਰ ਦੀ ਮਿਸਾਲ ਦਿੱਤੀ ਹੈ ਕਿ ਇੱਕ ਮੁੱਠ ਦਾਣਿਆਂ ਪਿੱਛੇ ਸਾਰੀ ਜ਼ਿੰਦਗੀ ਉਹ ਕੈਦ ਹੋ ਕੇ ਦਰ-ਦਰ ਦੇ ਅੱਗੇ ਨੱਚਦਾ ਹੈ। ਜਿਵੇਂ ਹਾਥੀ ਦੀ ਮਿਸਾਲ ਦਿੱਤੀ ਹੈ ਕਿ ਕਾਮ ਵਾਸਨਾ ਦੇ ਵਿੱਚ ਅੰਧਾ ਹੋ ਕੇ ਕਿਵੇਂ ਉਹ ਫੜਿਆ ਜਾਂਦਾ ਹੈ ਤੇ ਸਾਰੀ ਜ਼ਿੰਦਗੀ ਫਿਰ ਅੰਕਸ਼ ਲੋਹੇ ਦਾ ਜਿਹੜਾ ਤਿੱਖਾ ਕੁੰਡਾ ਹੈ ਉਹਦੀ ਸੱਟ ਸਹਾਰਦਾ ਰਹਿੰਦਾ ਹੈ ਔਰ ਗੁਲਾਮ ਹੋ ਜਾਂਦਾ ਹੈ। ਤੋਤੇ ਦੀ ਮਿਸਾਲ ਦਿੱਤੀ ਹੈ, ਜਿਵੇਂ ਉਹ ਨਲਨੀ ਨੂੰ ਛੱਡਦਾ ਨਹੀਂ ਤੇ ਕੈਦ ਹੋ ਜਾਂਦਾ ਹੈ ਤੇ ਪਿੰਜਰੇ ਵਿੱਚ ਪਿਆ ਰਹਿੰਦਾ ਹੈ। ਇਸੇ ਤਰ੍ਹਾਂ ਜਿਹੜੇ ਲੋਕ ਵਿਕਾਰ ਕਮਾਉਂਦੇ ਨੇ, ਫਿਰ ਆਖਿਰ ਉਹਨਾਂ ਦੀ ਜ਼ਿੰਦਗੀ ਵਿੱਚ ਪਛਤਾਵਾ ਰਹਿ ਜਾਂਦਾ ਹੈ, ਉਹਨਾਂ ਦੀ ਆਤਮਕ ਮੌਤ ਹੋ ਜਾਂਦੀ ਹੈ ਔਰ ਰੱਬ ਨਾਲੋਂ ਦੂਰੀ ਉਹਨਾਂ ਦੀ ਵੱਧ ਜਾਂਦੀ ਹੈ। ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਜਿਵੇਂ ਤੁਰਨ ਲੱਗਿਆ ਧਨ ਨਾਲ ਨਹੀਂ ਤੁਰਦਾ ਤੇ ਬੰਦਾ ਪਛਤਾਉਂਦਾ ਹੈ, ਹੱਥ ਮਲਦਾ ਹੈ, ਇਸੇ ਤਰ੍ਹਾਂ ਹੀ ਜਿਹੜੇ ਵਿਕਾਰ ਨੇ, ਪਾਪ ਨੇ, ਬੰਦਾ ਕਿਉਂ ਕਮਾਉਂਦਾ ਹੈ ਕਿ ਮੇਰੀ ਜ਼ਿੰਦਗੀ ਦੇ ਅੰਦਰ ਸੁਖ ਆਵੇ, ਸ਼ਾਂਤੀ ਆਵੇ, ਪ੍ਰਸੰਨਤਾ ਆਏ। ਪਰ ਕਦੇ ਵੀ ਈਰਖਾ, ਦਵੇਸ਼, ਵੈਰ, ਵਿਰੋਧ ਔਰ 2 ਨੰਬਰ ਦੇ ਧੰਦਿਆਂ ਨਾਲ ਜ਼ਿੰਦਗੀ ਦੇ ਅੰਦਰ ਸ਼ਾਂਤੀ ਨਹੀਂ ਆਈ, ਸਮਾਜ ਦਾ ਵਿਕਾਸ ਨਹੀਂ ਹੋਇਆ, ਅੰਦਰ ਦਾ ਖੇੜਾ ਨਹੀਂ ਆਇਆ, ਅੰਦਰ ਕਦੇ ਆਤਮਿਕ ਜੀਵਨ ਪੈਦਾ ਨਹੀਂ ਹੋਇਆ। ਇਹਨਾਂ ਵਿਕਾਰਾਂ ਦੇ ਨਾਲ ਕਦੇ ਵੀ ਕਿਸੇ ਦੇ ਅੰਦਰ ਇਨਸਾਨੀਅਤ ਪੈਦਾ ਨਹੀਂ ਹੋਈ, ਕੇਵਲ ਜੀਵਨ ਦੇ ਅੰਦਰ ਪਛਤਾਵਾ ਹੀ ਰਹਿ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਇਹਨਾਂ ਵਿਕਾਰਾਂ ਤੋਂ, ਪਾਪਾਂ ਤੋਂ, ਅਪਰਾਧਾਂ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਵਿਕਾਰ, ਪਾਪ, ਅਪਰਾਧ ਕਰਨ ਦੇ ਨਾਲ ਬੰਦੇ ਦੀ ਆਤਮਿਕ ਮੌਤ ਹੋ ਜਾਂਦੀ ਹੈ। ਆਤਮਿਕ ਮੌਤ ਤੇ ਬੰਦਾ, ਮਰਿਆ ਹੋਇਆ ਬੰਦਾ ਜਿੱਥੇ ਆਪ ਦੁਖੀ ਹੁੰਦਾ ਹੈ, ਉੱਥੇ ਇਸ ਸੰਸਾਰ ਦੇ ਅੰਦਰ ਵੀ ਉਹ ਦੁੱਖ ਔਰ ਅਸ਼ਾਂਤੀ ਫੈਲਾਉਣ ਦਾ ਕਾਰਨ ਬਣ ਜਾਂਦਾ ਹੈ। ਇਸ ਲਈ ਸਾਨੂੰ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨਾ ਚਾਹੀਦਾ ਹੈ ਔਰ ਸਾਨੂੰ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ, ਆਤਮਿਕ ਜੀਵਨ ਜੀਣਾ ਚਾਹੀਦਾ ਹੈ। ਮਹਿਲਾ ਦੂਜਾ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਗੁਣ ਦਾ ਮਤਲਬ ਇੱਥੇ ਹੈਗਾ ਲਾਭ। ਇੱਥੇ ਗੁਣ ਦਾ ਮਤਲਬ ਹੈਗਾ ਲਾਭ, ਆਪਣੇ ਆਪ ਨੂੰ ਲਾਭ, ਤੇ ਉਪਕਾਰ ਦਾ ਮਤਲਬ ਹੈਗਾ ਦੂਜੇ ਨੂੰ ਲਾਭ। ਇੱਕ ਹੁੰਦਾ ਆਪਣਾ ਲਾਭ ਤੇ ਉਪਕਾਰ ਦਾ ਮਤਲਬ, ਪਰਉਪਕਾਰ ਦਾ ਮਤਲਬ ਹੁੰਦਾ ਦੂਜੇ ਨੂੰ ਲਾਭ ਦੇਣਾ। ਬੱਧਾ ਚੱਟੀ ਜੋ ਭਰੇ। ਹੁਣ ਜਿਹੜਾ ਮਨੁੱਖ ਬੱਧਾ ਰੁੱਦਾ ਕੰਮ ਕਰ ਰਿਹਾ ਹੈ, ਚੱਟੀ ਭਰੇ ਦਾ ਮਤਲਬ ਉਹ ਜੁਰਮਾਨਾ ਹੀ ਭਰ ਰਿਹਾ ਹੈ, ਸਜ਼ਾ ਹੀ ਭੁਗਤ ਰਿਹਾ ਹੈ। ਜਿਵੇਂ ਕਿਸੇ ਬੰਦੇ ਨੂੰ ਸਜ਼ਾ ਦੇ ਤੌਰ ਤੇ ਪੈਸੇ ਪੈ ਜਾਣ ਤਾਂ ਉਹ ਜੋ ਸਜ਼ਾ ਦੇ ਤੌਰ ਤੇ, ਮੰਨ ਲਓ ਸਜ਼ਾ ਹੋਇਆ ਹੀ ਹੈ, ਜੁਰਮਾਨਾ ਹੋਇਆ ਹੈ, ਕੋਈ 4 ਪੈਸੇ 20, 30, 50 ਹਜ਼ਾਰ ਜੁਰਮਾਨਾ ਕਿਸੇ ਨੂੰ ਪੈ ਜਾਏ ਤਾਂ ਉਹ ਜੁਰਮਾਨਾ ਭਰਨਾ ਤੇ ਪਏਗਾ। ਹੁਣ ਉਹ ਜੁਰਮਾਨਾ ਭਰਨ ਦਾ ਨਾਂ ਤੇ ਉਹਨੂੰ ਆਪਣੇ ਆਪ ਨੂੰ ਲਾਭ ਹੈ, ਨਾ ਕਿਸੇ ਨੂੰ ਲਾਭ ਹੈ। ਜੁਰਮਾਨਾ ਭਰ ਰਿਹਾ ਹੈ ਤੇ ਉਹ ਜੁਰਮਾਨੇ ਦੇ ਨਾਲ ਖੁਸ਼ੀ ਨਹੀਂ ਹੋਗੀ, ਕਿਉਂਕਿ ਬੱਧਾ ਰੁੱਦਾ ਭਰਨਾ ਪੈ ਰਿਹਾ। ਪਰ ਇੱਕ ਬੰਦਾ ਹੈ ਖੁਸ਼ੀ ਦੇ ਨਾਲ ਕਿਸੇ ਬੰਦੇ ਦੀ ਹੈਲਪ ਕਰ ਰਿਹਾ ਹੈ, ਕਿਸੇ ਬਿਮਾਰ ਨੂੰ ਉਹਨੇ ਦਵਾਈ ਦਵਾ ਦਿੱਤੀ ਹੈ, ਜਾਂ ਕਿਸੇ ਲੋੜਵੰਦ ਦੀ, ਕਿਸੇ ਪੜ੍ਹਾਈ ਵਾਲਾ ਬੱਚਾ ਹੈ ਜਿਹਦੇ ਕੋਲ ਫੀਸ ਵਗੈਰਾ ਨਹੀਂ ਤੇ ਉਹਦੀ ਉਹਨੇ ਫੀਸ ਵਗੈਰਾ ਭਰ ਦਿੱਤੀ ਹੈ ਤੇ ਉਹ ਬੱਚਾ ਡਾਕਟਰ ਵਗੈਰਾ ਬਣ ਗਿਆ ਹੈ ਜਾਂ ਆਪਣੇ ਕਿਸੇ ਵੀ ਕਾਰਜ ਵਿੱਚ ਕਾਮਯਾਬ ਹੋ ਗਿਆ, ਤਾਂ ਉਸ ਬੰਦੇ ਨੂੰ ਖੁਸ਼ੀ ਹੋਏਗੀ। ਜਿਸ ਦੇ ਵਾਸਤੇ ਫੀਸ ਵਗੈਰਾ ਭਰੀ ਉਹਨੂੰ ਵੀ ਖੁਸ਼ੀ ਮਿਲੇਗੀ ਔਰ ਜਿਸ ਨੇ ਭਰੀ ਹੈ ਉਹਨੂੰ ਵੀ ਖੁਸ਼ੀ ਮਿਲੇਗੀ। ਲੇਕਿਨ ਜੇ ਚੱਟੀ ਭਰਨੀ ਪੈ ਜਾਏ ਤੇ ਲੋਕ ਪਛਤਾਉਂਦੇ ਨੇ ਨਾ, ਮੈਨੂੰ ਤੇ ਐਵੇਂ ਖਾਮ ਖਾ ਚੱਟੀ ਪੈ ਗਈ। ਤਾਂ ਗੁਰੂ ਜੀ ਕਹਿੰਦੇ ਨੇ ਜੇ ਕੋਈ ਮਨੁੱਖ ਕੰਮ ਬੱਧਾ ਰੁੱਦਾ ਕਰੇ, ਉਹਦਾ ਲਾਭ ਨਾ ਆਪਣੇ ਆਪ ਨੂੰ ਹੁੰਦਾ ਹੈ ਔਰ ਨਾ ਉਹਦਾ ਲਾਭ ਕਿਸੇ ਦੂਜੇ ਨੂੰ ਹੁੰਦਾ ਹੈ। ਇਸ ਲਈ ਜੋ ਇਹ ਗੁਣ ਨੇ ਨਾ, ਇਹਨਾਂ ਦੇ ਧਾਰਨੀ ਦਿਲੋਂ ਹੋਣਾ ਹੈ, ਪਿਆਰ ਦੇ ਨਾਲ, ਸਤਿਕਾਰ ਦੇ ਨਾਲ। ਜੋ ਵੀ ਕੰਮ ਕਰਨਾ ਹੈ ਬੱਧੇ ਰੁੱਦੇ ਨਹੀਂ ਕਰਨਾ, ਖੁਸ਼ੀ ਦੇ ਨਾਲ ਕਰਨਾ ਹੈ, ਸੱਚ ਦੇ ਨਾਲ, ਖੁਸ਼ੀ ਨਾਲ ਜੁੜਨਾ ਹੈ, ਦਇਆ ਦੇ ਨਾਲ, ਖੁਸ਼ੀ ਔਰ ਪ੍ਰਸੰਨਤਾ ਦੇ ਨਾਲ ਜੁੜਨਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਖੁਸ਼ੀ ਦੇ ਨਾਲ ਜੁੜਨਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਖੁਸ਼ੀ ਨਾਲ ਤੁਰਨਾ ਹੈ। ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ। ਸੇਤੀ ਖੁਸ਼ੀ ਦਾ ਮਤਲਬ ਖੁਸ਼ੀ ਸੇਤੀ, ਯਾਨੀ ਖੁਸ਼ੀ ਦੇ ਨਾਲ। ਸਾਰ ਦਾ ਮਤਲਬ ਚੰਗਾ।
ਸੇਤੀ ਖੁਸ਼ੀ ਦਾ ਮਤਲਬ ਖੁਸ਼ੀ ਨਾਲ, ਪ੍ਰੇਮ ਨਾਲ। ਪਰ ਜੇ ਖੁਸ਼ੀ ਨਾਲ ਕੰਮ ਕਰੀਏ ਤਾਂ ਉਹ ਕੰਮ ਚੰਗਾ ਹੁੰਦਾ ਹੈ। ਉਹ ਕੰਮ ਸਿਰੇ ਚੜਿਆ ਜਾਣੋ ਜਿਹੜਾ ਖੁਸ਼ੀ ਨਾਲ ਕੀਤਾ ਹੋਵੇ, ਜਿਹੜਾ ਕੰਮ ਪ੍ਰੇਮ ਦੇ ਨਾਲ ਕੀਤਾ ਹੋਵੇ, ਉਹ ਕੰਮ ਸਿਰੇ ਚੜਿਆ ਜਾਣੋ। ਔਰ ਯਾਦ ਰੱਖੋ, ਜਿਹੜਾ ਕੰਮ ਤੁਸੀਂ ਮਨ ਕਰਕੇ ਕਰਦੇ ਹੋ ਨਾ, ਉਹ ਕੰਮ ਕਰਨ ਦੇ ਨਾਲ ਇੱਕ ਤਾਂ ਖੁਸ਼ੀ ਮਿਲਦੀ ਹੈ, ਦੂਜਾ ਪਛਤਾਵਾ ਨਹੀਂ ਹੁੰਦਾ, ਔਰ ਤੀਜਾ ਥਕਾਵਟ ਨਹੀਂ ਹੁੰਦੀ। ਪਰ ਜਿਹੜਾ ਬੰਦਾ ਕੰਮ ਬੱਧਾ ਰੁੱਧਾ ਕਰਦਾ ਹੈ, ਉਹਦੇ ਵਿੱਚ ਖੁਸ਼ੀ ਵੀ ਨਹੀਂ ਮਿਲਦੀ, ਉਹਦਾ ਲਾਭ ਨਹੀਂ ਹੁੰਦਾ, ਔਰ ਉਹਦੇ ਅੰਦਰ ਸਾਨੂੰ ਥਕਾਵਟ ਵੀ ਹੁੰਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਖੁਸ਼ੀ ਦੇ ਨਾਲ, ਪ੍ਰੇਮ ਦੇ ਨਾਲ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਰੱਬੀ ਰਜ਼ਾ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ, ਇਨਸਾਨੀਅਤ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ, ਬੱਧਿਆਂ ਰੁੱਧਿਆਂ। ਮਹਿਲਾ ਦੂਜਾ, ਮਨ ਹਠ ਤਰਫ ਨਾ ਜਿਪਈ ਜੇ ਬਹੁਤਾ ਕਾਲੇ। ਤਰਫ ਦਾ ਮਤਲਬ ਹੈਗਾ ਪਾਸਾ, ਧੜਾ। ਹੱਠ ਦਾ ਮਤਲਬ ਹੱਠ ਨਾਲ, ਜਿੱਦ ਦੇ ਨਾਲ। ਜਿਪਈ ਦਾ ਮਤਲਬ ਹੁੰਦਾ ਹੈ ਜਿੱਤਣਾ। ਜਿੱਪ ਦਾ ਮਤਲਬ ਜਿੱਤਣਾ, ਜਿਪਈ ਦਾ ਮਤਲਬ ਜਿੱਤਿਆ ਜਾਂਦਾ। ਭਾਵੇਂ ਕਿੰਨੀ ਹੀ ਮਿਹਨਤ ਮਨੁੱਖ ਕਰੇ, ਪਰ ਜੋ ਰੱਬ ਵਾਲਾ ਪਾਸਾ ਹੈ, ਮਨ ਹੱਠ ਦੇ ਨਾਲ ਨਹੀਂ ਜਿੱਤਿਆ ਜਾ ਸਕਦਾ। ਮਨ ਹੱਠ ਦੇ ਕਰਮ ਕਿ ਮੈਂ ਇਹ ਕੰਮ ਕਰਕੇ ਹੀ ਰੱਬ ਨੂੰ ਥੱਲੇ ਲਾ ਲੈਣਾ ਹੈ, ਰੱਬ ਨੂੰ ਪਾ ਲੈਣਾ ਹੈ, ਖੁਸ਼ੀ ਪਾ ਲੈਣੀ ਹੈ। ਜਿਵੇਂ ਮਨ ਹੱਠ ਦੇ ਕਰਮ ਨੇ ਕਿ ਮੈਂ ਤੀਰਥਾਂ ਤੇ ਨਹਾ ਨਹਾ ਕੇ ਹੀ ਖੁਸ਼ੀ ਪਾ ਲਾਂਗਾ, ਜਾਂ ਮੈਂ ਰੱਬ ਨੂੰ ਪਾ ਲਵਾਂਗਾ, ਤਾਂ ਐਵੇਂ ਕਦੇ ਨਹੀਂ ਹੋਣਾ ਜੇ ਬੰਦਾ ਆਪਣੀ ਸੋਚ ਨੂੰ ਚੇਂਜ ਨਾ ਕਰੇ ਤੇ ਮੇਰੇ ਬਾਹਰੀ ਕਰਮ ਕਰੀ। ਜੇ ਬੰਦਾ ਆਪਣੀ ਸੋਚ ਨੂੰ ਚੇਂਜ ਨਾ ਕਰੇ, ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਨਾ ਹੋਵੇ, ਤੇ ਕਹੇ ਕਿ ਮੈਂ ਸਮਾਧੀਆਂ ਲਾ ਲਾ ਕੇ ਰੱਬ ਨੂੰ ਪਾ ਲਵਾਂ, ਮਤਲਬ ਹੁਕਮ ਤੋਂ, ਸਿਸਟਮ ਤੋਂ ਉਲਟ ਮੈਂ ਕੁਝ ਕਰ ਲਵਾਂ ਮਨ ਦੀ ਜਿੱਦ ਦੇ ਨਾਲ, ਤਾਂ ਬੰਦਾ ਜਿੰਨੀ ਮਰਜ਼ੀ ਜਿੱਦ ਕਰ ਲਵੇ, ਜਿੰਨਾ ਮਰਜ਼ੀ ਹੱਠ ਕਰ ਲੈ, ਜਿੰਨਾ ਮਰਜ਼ੀ ਯਤਨ ਕਰ ਲਵੇ, ਜੋ ਕੁਦਰਤੀ ਨਿਯਮ ਨੇ ਇਹਨਾਂ ਤੋਂ ਉਲਟ ਕੁਛ ਨਹੀਂ ਕੀਤਾ ਜਾ ਸਕਦਾ। ਰੱਬ ਦੀ ਰਜ਼ਾ ਪਾਣੇ ਤੋਂ ਉਲਟ ਕੁਛ ਨਹੀਂ ਕੀਤਾ ਜਾ ਸਕਦਾ। ਸਿਸਟਮ ਤੋਂ ਬਾਹਰ ਜਾ ਕੇ ਕੁਛ ਨਹੀਂ ਕੀਤਾ ਜਾ ਸਕਦਾ, ਬੇਸ਼ੱਕ ਜਿੰਨੀ ਮਰਜ਼ੀ ਕੋਈ ਕਾਲਨਾ ਕਰ ਲੇ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਮਨ ਹੱਠ ਦੇ ਨਾਲ ਰੱਬੀ ਹੁਕਮ ਤੋਂ ਬਾਹਰ ਚੱਲ ਕੇ ਕੋਈ ਵੀ ਖੁਸ਼ੀ, ਸ਼ਾਂਤੀ ਜਾਂ ਸਫਲਤਾ ਹਾਸਲ ਨਹੀਂ ਕੀਤੀ ਜਾ ਸਕਦੀ। ਸਿਸਟਮ ਦੇ ਅੰਦਰ ਚੱਲ ਕੇ ਸ਼ਾਂਤੀ ਪਾਈ ਜਾ ਸਕਦੀ ਹੈ, ਕਿਸੇ ਵੀ ਕਾਰਜ ਅੰਦਰ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ, ਰੱਬੀ ਰਜ਼ਾ ਵਿੱਚ ਤੁਰ ਕੇ। ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਕਾਲੇ। ਭਾਵੇਂ ਕਿੰਨੀ ਵੀ ਮਨੁੱਖ ਮਿਹਨਤ ਕਰੇ, ਲੇਕਿਨ ਮਨ ਹੱਠ ਦੇ ਨਾਲ ਰੱਬੀ ਹੁਕਮ ਤੋਂ ਉਲਟ ਚੱਲ ਕੇ ਕੋਈ ਵੀ ਸਫਲਤਾ ਹਾਸਲ ਨਹੀਂ ਕੀਤੀ ਜਾ ਸਕਦੀ। ਤਰਫ ਜਿਣੇ ਸਤ ਭਾਉ ਦੇ, ਜਨ ਨਾਨਕ ਸ਼ਬਦ ਵਿਚਾਰੇ। ਤਰਫ ਦਾ ਮਤਲਬ ਪਾਸਾ, ਜਿਣੇ ਦਾ ਮਤਲਬ ਜਿੱਤਦਾ ਹੈ, ਸਤ ਭਾਉ ਦਾ ਮਤਲਬ ਚੰਗੀ ਭਾਵਨਾ, ਨੇਕ ਨੀਅਤੀ ਦੇ ਨਾਲ, ਦੇ ਦਾ ਮਤਲਬ ਦੇ ਕੇ। ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਹੇ ਦਾਸ ਨਾਨਕ, ਉਹ ਮਨੁੱਖ ਇਹ ਪਾਸਾ ਜਿੱਤਦਾ ਹੈ, ਸਫਲਤਾ ਹਾਸਲ ਕਰਦਾ ਹੈ, ਜੋ ਸ਼ੁਭ ਭਾਵਨਾ ਵਰਤਦਾ ਹੈ ਔਰ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ, ਭਾਵ ਰੱਬੀ ਹੁਕਮ ਦੇ ਅੰਦਰ ਤੁਰਦਾ ਹੈ। ਇੱਥੇ ਸ਼ਬਦ ਵਿਚਾਰੇ ਦਾ ਮਤਲਬ ਹੈਗਾ ਹੁਕਮ ਦੀ ਵਿਚਾਰ ਕਰਨਾ। ਸ਼ਬਦ ਦੇ ਬਹੁਤ ਸਾਰੇ ਅਰਥ ਨੇ, ਸ਼ਬਦ ਦਾ ਅਰਥ ਹੁਕਮ ਵੀ ਹੈ, ਇੱਥੇ ਸ਼ਬਦ ਦਾ ਅਰਥ ਹੈ ਹੁਕਮ। ਜਨ ਨਾਨਕ ਸ਼ਬਦ ਵਿਚਾਰੇ, ਯਾਨੀ ਮਨੁੱਖ ਉਹ ਸਫਲ ਹੁੰਦਾ ਹੈ, ਇਸ ਪਾਸੇ ਨੂੰ ਉਹ ਜਿੱਤਦਾ ਹੈ ਜੋ ਸ਼ੁਭ ਭਾਵਨਾ ਵਰਤਦਾ ਹੈ, ਜਿਸ ਦੀਆਂ ਭਾਵਨਾਵਾਂ ਸ਼ੁਭ ਨੇ, ਔਰ ਜੋ ਸ਼ਬਦ ਦੀ ਵਿਚਾਰ ਕਰਦਾ ਹੈ, ਹੁਕਮ ਨੂੰ ਵਿਚਾਰਦਾ ਹੈ, ਹੁਕਮ ਦੇ ਅੰਦਰ ਚੱਲਦਾ ਹੈ, ਉਹ ਇਨਸਾਨ ਜਿੱਤ ਸਕਦਾ ਹੈ ਜਿਹਦੇ ਅੰਦਰ ਨੇਕੀ ਹੈ, ਸ਼ੁਭ ਭਾਵਨਾ ਹੈ, ਔਰ ਜੋ ਰੱਬੀ ਹੁਕਮ ਦੇ ਅੰਦਰ ਚੱਲਦਾ ਹੈ, ਉਹ ਇਨਸਾਨ ਸਫਲ ਹੋ ਸਕਦਾ ਹੈ ਆਤਮਿਕ ਜੀਵਨ ਵਿੱਚ, ਖੁਸ਼ੀਆਂ ਪਾਉਣ ਵਿੱਚ, ਇਨਸਾਨੀਅਤ ਪ੍ਰਾਪਤ ਕਰਨ ਵਿੱਚ, ਰੱਬ ਦੇ ਮਿਲਾਪ ਵਿੱਚ, ਜਾਂ ਜੀਵਨ ਦੇ ਕਿਸੇ ਵੀ ਕਾਰਜ ਦੇ ਅੰਦਰ। ਪੌੜੀ, ਕਰਤੈ ਕਾਰਨ ਜਿਨ ਕੀਆ, ਸੋ ਜਾਣੈ ਸੋਈ। ਸੋਈ ਦਾ ਮਤਲਬ ਸਾਰ ਲੈਣ ਵਾਲਾ, ਕਾਰਨ ਦਾ ਮਤਲਬ ਹੈ ਸ੍ਰਿਸ਼ਟੀ, ਕਾਰਨ ਦਾ ਮਤਲਬ ਸ੍ਰਿਸ਼ਟੀ, ਸੰਸਾਰ। ਜਿਸ ਕਰਤਾਰ ਨੇ ਇਹ ਜਗਤ ਬਣਾਇਆ ਹੈ,
ਉਹ ਆਪਣੇ ਆਪ ਬਾਰੇ ਆਪ ਹੀ ਜਾਣਦਾ ਹੈ। ਸੋ ਜਾਣੈ ਸੋਈ, ਉਹ ਆਪਣੇ ਆਪ ਬਾਰੇ ਆਪ ਹੀ ਜਾਣਦਾ ਹੈ। ਜਿਵੇਂ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਵਿਚਾਰਿਆ ਸੀ ਨਾ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ, ਕਿ ਉਹ ਕਿਹੜਾ ਦਿਨ ਸੀ, ਕਿਹੜੀ ਵਾਰ ਸੀ, ਕਿਹੜਾ ਰੁੱਤ ਸੀ, ਉਹ ਕਰਤਾਰ ਆਪ ਹੀ ਜਾਣਦਾ ਹੈ, ਕਿਉਂਕਿ ਉਦੋਂ ਕੋਈ ਵੇਖਣ ਵਾਲਾ ਨਹੀਂ ਸੀ। ਉਹ ਆਪਣੇ ਆਪ ਨੂੰ ਆਪ ਜਾਣਦਾ ਹੈ। ਮਤਲਬ ਇਹਦਾ ਇਹ ਹੈ ਕਿ ਜਿਸ ਸੰਸਾਰ ਦੀ ਰਚਨਾ ਕਰਤਾਰ ਨੇ ਕੀਤੀ ਹੈ, ਉਹ ਆਪਣੇ ਆਪ ਬਾਰੇ ਆਪ ਜਾਣਦਾ ਹੈ, ਭਾਵ ਕਿ ਇਹਦਾ ਅੰਤ ਕੋਈ ਨਹੀਂ ਪਾ ਸਕਦਾ, ਨਾ ਸ੍ਰਿਸ਼ਟੀ ਦਾ ਔਰ ਨਾ ਕਰਤਾਰ ਦਾ। ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਆਪਣੇ ਆਪ ਨੂੰ ਆਪ ਜਾਣਦਾ ਹੈ। ਆਪੇ ਸ੍ਰਿਸ਼ਟ ਉਪਾਈਨ, ਆਪੇ ਫੁਨ ਗੋਈ। ਫੁਨ ਦਾ ਮਤਲਬ ਫਿਰ, ਮੁੜ, ਗੋਈ ਦਾ ਮਤਲਬ ਨਾਸ ਕੀਤੀ। ਉਸਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁੜ ਕੇ ਨਾਸ ਕਰਦਾ ਹੈ। ਮਤਲਬ ਕਿ ਜਨਮ ਔਰ ਮੌਤ ਇਹ ਰੱਬੀ ਹੁਕਮ ਦੇ ਅੰਦਰ ਹੈ। ਨਾ ਕੋਈ ਹੋਰ ਸਾਨੂੰ ਜਨਮ ਦਿੰਦਾ ਹੈ ਤੇ ਨਾ ਕੋਈ ਹੋਰ ਸਾਨੂੰ ਮਾਰਦਾ ਹੈ। ਭਾਵ ਕਿ ਰੱਬੀ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਜੀਵਨ ਹੈ ਔਰ ਸਿਸਟਮ ਦੇ ਅੰਦਰ ਮੌਤ ਹੈ। ਰਚਨਾ, ਉਤਪत्ति, ਲੈਤਾ, ਪਾਲਣਾ, ਇਹ ਸਾਰਾ ਕੁਛ ਰੱਬੀ ਹੁਕਮ ਦੇ ਅੰਦਰ ਚੱਲ ਰਿਹਾ ਹੈ। ਜੁਗ ਚਾਰੇ ਸਭ ਭਵ ਥਕੀ, ਕਿਨ ਕੀਮਤ ਹੋਈ। ਜੁਗ ਚਾਰੇ ਦਾ ਮਤਲਬ ਚਾਰ ਯੁੱਗ ਜਿਹੜੇ ਮੰਨੇ ਗਏ ਨੇ, ਯਾਨੀ ਹਰ ਸਮੇਂ ਬੀਤ ਗਿਆ ਜੋ ਸਮਾਂ ਹੈ, ਹੁਣ ਜੋ ਚੱਲ ਰਿਹਾ ਹੈ ਔਰ ਆਉਣ ਵਾਲਾ ਸਮਾਂ ਵੀ। ਭਵ ਥਕੀ ਦਾ ਮਤਲਬ ਭੌਂ ਭੌਂ ਕੇ ਥੱਕ ਗਈ। ਕਿਨ ਦਾ ਮਤਲਬ ਕਿਸੇ ਪਾਸੋਂ। ਸਾਰੀ ਦੁਨੀਆ ਚੌਹਾਂ ਹੀ ਯੁਗਾਂ ਵਿੱਚ, ਭਾਵ ਹਰ ਸਮੇਂ ਭੌਂ ਭੌਂ ਕੇ ਥੱਕ ਗਈ, ਹਾਰ ਹੁੱਕ ਗਈ, ਪਰ ਕਿਸੇ ਤੋਂ ਪ੍ਰਭੂ ਦੀ ਕੀਮਤ ਨਹੀਂ ਪਾਈ ਗਈ, ਉਹਦੀ ਬਜ਼ੁਰਗੀ ਦਾ ਮੁੱਲ ਨਹੀਂ ਪਾਇਆ ਗਿਆ। ਅਨੰਤ ਲੋਕ ਨੇ ਜਿਨ੍ਹਾਂ ਨੇ ਅੰਤ ਲੈਣ ਦਾ ਯਤਨ ਕੀਤਾ, ਲੇਕਿਨ ਅੰਤ ਪਾਇਆ ਨਹੀਂ ਗਿਆ। ਅੰਤ ਕਾਰਨ ਕੀਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਸੰਸਾਰ ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਜਾ ਕੇ ਖਤਮ ਹੋ ਜਾਂਦਾ ਹੈ, ਇਹਦਾ ਅੰਤ ਲੱਭਣਾ ਇੰਪੋਸੀਬਲ ਹੈ, ਨਹੀਂ ਪਾਇਆ ਜਾ ਸਕਦਾ। ਇਹ ਦੁਨੀਆ ਵਿੱਚ ਕਿੰਨੀਆਂ ਦਾਤਾਂ ਨੇ, ਕਿੰਨੇ ਸੂਰਜ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ ਨੇ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤਾਂ ਸਾਰੀ ਹੀ ਦੁਨੀਆ ਅੰਤ ਲੱਭਦੀ ਹਾਰ ਹੁੱਟ ਗਈ, ਲੇਕਿਨ ਉਹਦੀ ਕੀਮਤ ਨਹੀਂ ਪਾਈ ਗਈ, ਭਾਵ ਕਿ ਉਹਦਾ ਅੰਤ ਨਹੀਂ ਪਾਇਆ ਗਿਆ। ਸਤਿਗੁਰ ਏਕ ਵਿਖਾਲਿਆ, ਮਨ ਤਨ ਸੁਖ ਹੋਈ। ਏਕ ਦਾ ਮਤਲਬ ਇੱਕ, ਸਤਿਗੁਰ ਦਾ ਮਤਲਬ ਸਤਿਗੁਰ ਨੇ, ਵਿਖਾਲਿਆ ਦਾ ਮਤਲਬ ਵਿਖਾ ਦਿੱਤਾ, ਜਿਹਨੂੰ ਸੂਝ ਦਿੱਤੀ। ਤਾਂ ਜਿਸ ਮਨੁੱਖ ਨੂੰ ਗੁਰੂ ਨੇ ਇੱਕ ਪ੍ਰਭੂ ਵਿਖਾ ਦਿੱਤਾ, ਇਹ ਸਾਰਾ ਸੰਸਾਰ ਇੱਕ ਦਾ ਹੀ ਰੂਪ ਹੈ, ਇੱਕ ਦਾ ਹੀ ਫੈਲਾਵ ਹੈ, ਇੱਕ ਹੀ ਸਭ ਥਾਵਾਂ ਤੇ ਵਰਤ ਰਿਹਾ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਮਨ ਤਨ ਸੁਖ ਹੋਈ, ਉਹਦੇ ਮਨ ਵਿੱਚ ਵੀ ਔਰ ਉਹਦੇ ਤਨ ਵਿੱਚ ਵੀ ਸੁਖ ਪੈਦਾ ਹੋ ਜਾਂਦਾ ਹੈ। ਉਹ ਮਨ ਕਰਕੇ ਔਰ ਤਨ ਕਰਕੇ ਸੁਖੀ ਔਰ ਸ਼ਾਂਤ ਹੋ ਜਾਂਦਾ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਇੱਕ ਦੇ ਨਾਲ ਬੰਦਾ ਜੁੜ ਜਾਏ ਤਾਂ ਫਿਰ ਮਨੁੱਖੀ ਮਨ ਔਰ ਤਨ ਨੂੰ ਖੁਸ਼ੀਆਂ ਔਰ ਸੁੱਖ ਮਿਲ ਸਕਦਾ ਹੈ। ਹੁਣ ਇੱਕ ਦੇ ਨਾਲ ਜੁੜਨਾ ਕੀ ਹੈ? ਦੇਖੋ, ਇੱਕ ਦੇ ਨਾਲ ਜੁੜਿਆ ਕਿਵੇਂ ਅਸੀਂ ਸੁਖੀ ਔਰ ਸ਼ਾਂਤ ਹੋ ਸਕਦੇ ਹਾਂ। ਇਹ ਵਿਚਾਰਾਂ ਆਪਾਂ ਜਦੋਂ ਮੂਲ ਮੰਤਰ ਵਿਚਾਰਿਆ ਸੀ ਉਦੋਂ ਖੁੱਲ ਕੇ ਕੀਤੀਆਂ ਸੀ, ਲੇਕਿਨ ਥੋੜਾ ਜਿਹਾ ਮੈਂ ਇਸ਼ਾਰੇ ਮਾਤਰ ਇੱਥੇ ਵੀ ਜ਼ਿਕਰ ਕਰਦੇ ਹਾਂ। ਜੇ ਕੋਈ ਦੁਨੀਆ ਦੇ ਸਾਰੇ ਜਿੰਨੇ ਵੀ ਮਨੁੱਖ ਨੇ ਸਮਝ ਲੈਣ ਕਿ ਇਹ ਸਾਰਾ ਕੁਝ ਇੱਕ ਦਾ ਫੈਲਾਵ ਹੈ, ਇੱਕ ਓੰਕਾਰ, ਕਿ ਇੱਕ ਹੀ ਪਸਰਿਆ ਹੋਇਆ ਹੈ, ਇੱਥੇ ਦੂਜਾ ਕੁਝ ਨਹੀਂ ਹੈ, ਇਹ ਸਾਰਾ ਕੁਝ ਇੱਕ ਹੈ, ਤਾਂ ਉਸ ਇੱਕ ਦੇ ਨਾਲ ਜੁੜਿਆ ਫਿਰ ਕੀ ਹੋਏਗਾ? ਸਾਡੀਆਂ ਰਾਜਨੀਤਿਕ ਸਮੱਸਿਆਵਾਂ ਸੋਲਵ ਹੋ ਜਾਣਗੀਆਂ। ਫਿਰ ਇਹਨਾਂ ਦੇਸ਼ਾਂ ਨੂੰ ਖਤਮ ਕਰਕੇ ਇਹਨਾਂ ਨੂੰ ਸਟੇਟਾਂ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਹ ਪੋਸੀਬਿਲਿਟੀ ਹੈ ਕਿ ਪੂਰੀ ਦੁਨੀਆ ਦੀ ਇੱਕ ਰਾਜਧਾਨੀ ਬਣਾਈ ਜਾ ਸਕਦੀ ਹੈ ਔਰ ਸਾਰੀ ਦੁਨੀਆ ਦਾ ਕਾਨੂੰਨ ਇੱਕ ਹੋ ਸਕਦਾ ਹੈ, ਪਾਸਪੋਰਟ ਸਿਸਟਮ ਖਤਮ ਹੋ ਸਕਦਾ ਹੈ, ਅਤੇ ਜਿਹੜਾ 30, 40, 50, 60, 70% ਜਿੰਨਾ ਵੀ ਧਨ ਮਾਰੂ ਹਥਿਆਰਾਂ ਤੇ ਖਰਚ ਹੁੰਦਾ ਹੈ, ਉਹ ਖਰਚ ਮਨੁੱਖਤਾ ਦੇ ਉਥਾਨ ਵਾਸਤੇ ਹੋ ਸਕਦਾ ਹੈ, ਜੇ ਬੰਦਾ ਇਸ ਚੀਜ਼ ਨੂੰ ਸਮਝ ਲਵੇ ਕਿ ਇੱਕ ਹੀ ਫੈਲਿਆ ਹੋਇਆ ਹੈ। ਕੁਦਰਤ ਨੇ, ਰੱਬ ਨੇ ਸਿਰਫ ਧਰਤੀ ਬਣਾਈ ਹੈ, ਦੇਸ਼ਾਂ ਦੀਆਂ ਸੀਮਾਵਾਂ ਅਸਾਂ ਆਪ ਬਣਾਈਆਂ ਨੇ, ਵੰਡੀਆਂ ਅਸਾਂ ਪਾਈਆਂ। ਇਹ ਖਤਮ ਹੋ ਸਕਦੀਆਂ ਨੇ ਵੰਡੀਆਂ, ਇਹ ਝਗੜੇ ਸੁਲਝ ਸਕਦੇ ਨੇ ਜੇ ਇੱਕ ਨੂੰ ਵੇਖ ਲਿਆ ਜਾਏ। ਦੁਨੀਆ ਦੇ ਅੰਦਰ ਜਾਤੀਵਾਦ ਹੈ, ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼, 4 ਵਰਨਾਂ ਵਿੱਚ ਲੋਕ ਵੰਡੇ ਸਨ।
ਜਾਤੀਵਾਦ ਹੈ, ਮੇਰ ਤੇਰ ਦੇ ਵਿਤਕਰੇ ਨੇ। ਤੇ ਜੇ ਇਹ ਸਮਝ ਲਿਆ ਜਾਏ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ, ਤਾਂ ਫਿਰ ਇੱਕ ਭਾਈਚਾਰਕ ਸਮਾਜ ਦੀ ਸਿਰਜਣਾ ਹੋ ਸਕਦੀ ਹੈ, ਜੋ ਜਾਤੀ ਦੇ ਨਾਮ ਦੇ ਉੱਤੇ ਲੜਾਈ ਦੰਗੇ ਫਸਾਦ ਨੇ ਇਹ ਮੁੱਕ ਸਕਦੇ ਨੇ, ਮੇਰ ਤੇਰ ਦੇ ਵਿਤਕਰੇ ਮਿਟ ਸਕਦੇ ਨੇ, ਔਰ ਸਮਾਜਿਕ ਦੁਨੀਆ ਸੋਸ਼ਲ ਲਾਈਫ ਖੁਸ਼ ਹੋ ਸਕਦੀ ਹੈ, ਖੁਸ਼ੀ ਹੋ ਸਕਦੀ ਹੈ ਉਹਦੇ ਵਿੱਚ। ਤੀਜੀ ਚੀਜ਼ ਹੈ ਆਰਥਿਕ ਦੁਨੀਆ। ਇੱਥੇ ਕੁਝ ਅਮੀਰ ਨੇ, ਕੁਝ ਗਰੀਬ ਨੇ, ਕੁਝ ਲੋਕ ਫੁੱਟਪਾਥਾਂ ਤੇ ਬੈਠੇ ਨੇ ਜਿਨ੍ਹਾਂ ਕੋਲ ਰੋਟੀ ਕੱਪੜਾ ਮਕਾਨ ਵੀ ਨਹੀਂ, ਤੇ ਕੁਝ ਲੋਕਾਂ ਦੇ ਕੋਲ ਧਨ ਦੀ ਬਹੁਤਾਤ ਹੈ, 2 ਨੰਬਰ ਦੇ ਧੰਦੇ ਨੇ, ਬਲੈਕ ਮਨੀ ਹੈ। ਹੁਣ ਜੇ ਉਸ ਬਲੈਕ ਮਨੀ ਨੂੰ ਖਤਮ ਕੀਤਾ ਜਾਵੇ, ਉਹਨੂੰ ਮਾਰਕੀਟ ਵਿੱਚ ਲਿਆਂਦਾ ਜਾਏ, ਤਾਂ ਕਿੰਨੀਆਂ ਸਾਰੀਆਂ ਸਮੱਸਿਆਵਾਂ ਸੋਲਵ ਹੋ ਸਕਦੀਆਂ ਨੇ। ਤੇ ਗੁਰੂ ਜੀ ਨੇ ਉਹਦੇ ਵਾਸਤੇ ਸਿਧਾਂਤ ਦਿੱਤਾ ਹੈ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪ੍ਰਮੰਤਾ, ਦੁਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਪਾਲੀਏ। ਜਿਵੇਂ ਦਸਵੰਧ ਦੀ ਸਾਡੀ ਮਰਿਆਦਾ ਹੈ, ਤਾਂ ਕਿੰਨੀ ਸੋਹਣੀ ਇਹ ਮਰਿਆਦਾ ਸੀ। ਤਾਂ ਇਹ ਜੋ ਆਰਥਿਕ ਪ੍ਰੋਬਲਮਸ ਨੇ ਸੋਲਵ ਹੋ ਸਕਦੀਆਂ ਨੇ, ਜੇਕਰ ਇਹਨਾਂ ਚੀਜ਼ਾਂ ਨੂੰ ਸਮਝਿਆ ਜਾਏ ਕਿ ਸਾਰੇ ਪਾਸੇ ਇੱਕ ਫੈਲਿਆ ਹੋਇਆ ਹੈ। ਅਗਲੀ ਗੱਲ ਹੈ ਧਾਰਮਿਕ। ਧਰਮਾਂ ਦੇ ਨਾਮ ਤੇ ਕਿੰਨੇ ਝਗੜੇ ਨੇ। ਜਦੋਂ ਤੁਸੀਂ ਗੂਗਲ ਵਿੱਚ ਪਾਓਗੇ ਨਾ ਕਿ ਧਰਮਾਂ ਦੀ ਗਿਣਤੀ ਕਿੰਨੀ ਹੈ, ਤਾਂ ਜੋ ਉੱਤਰ ਆਉਂਦਾ ਹੈ ਉਹ 4300 ਹੈ। 4300 ਧਰਮ। ਹੁਣ ਇੱਕ ਧਰਮ ਦੂਜੇ ਧਰਮ ਦਾ ਵਿਰੋਧੀ ਹੈ। ਧਰਮ ਦੇ ਨਾਮ ਤੇ ਲੜਾਈ ਦੰਗੇ ਫਸਾਦ ਨੇ, ਰੱਬ ਦੇ ਨਾਮ ਤੇ ਕਤਲਾਮ, ਧਰਮ ਦੇ ਨਾਮ ਤੇ ਕਤਲਾਮ, ਧਰਮ ਦੇ ਨਾਮ ਤੇ ਕਤਲ। ਇੱਕ ਧਰਮ ਦੂਜੇ ਦਾ ਵਿਰੋਧੀ। ਤੇ ਇਹ ਅੱਗੇ ਵੀ ਵਿਚਾਰਾਂ ਕੀਤੀਆਂ ਨੇ ਕਿ ਇੱਕ ਹੀ ਧਰਮ ਨੂੰ ਮੰਨਣ ਹਾਰੇ ਆਪਣੇ ਹੀ ਧਰਮ ਨੂੰ ਮੰਨਣ ਹਾਰਿਆਂ ਦੇ ਵਿਰੋਧੀ ਨੇ ਧਰਮਾਂ ਵਿੱਚ ਵੇਖ ਸਕਦੇ ਹੋ। ਜੇ ਇਹ ਸਮਝ ਲਿਆ ਜਾਏ ਕਿ ਇੱਕ ਦਾ ਹੀ ਫੈਲਾਵ ਹੈ, ਤਾਂ ਸਾਨੂੰ ਸਮਝ ਆ ਜਾਏਗੀ ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤ ਜੁਗ ਜੁਗ ਪੂਰਾ ਹੋਈ। ਇਹ ਧਰਮਾਂ ਦੀ ਵਿਖੇਪਤਾ ਵੀ ਮਿਟ ਜਾਏਗੀ। ਫਿਰ ਸਾਡੀ ਰਾਜਨੀਤਿਕ, ਧਾਰਮਿਕ, ਆਰਥਿਕ ਔਰ ਸਮਾਜਿਕ ਤੌਰ ਤੇ ਸਾਡੇ ਜੀਵਨ ਦੇ ਅੰਦਰ ਸੁਖ ਪੈਦਾ ਹੋ ਜਾਏਗਾ, ਖੁਸ਼ੀ ਪੈਦਾ ਹੋ ਜਾਏਗੀ। ਜੇ ਅਸੀਂ ਪਰਿਵਾਰਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲਾਗੂ ਕਰ ਲਈਏ, ਤਾਂ ਫਿਰ ਸਾਡੇ ਪਰਿਵਾਰ ਸੁਖੀ ਔਰ ਸ਼ਾਂਤ ਹੋ ਸਕਦੇ ਨੇ। ਔਰ ਜੇ ਪਰਸਨਲ ਲਾਈਫ ਦੇ ਅੰਦਰ ਇੱਕ ਨੂੰ ਸਮਝ ਲਈਏ, ਅਸੀਂ ਅੰਦਰੋਂ ਬਾਹਰੋਂ ਇੱਕ ਹੋ ਜਾਈਏ। ਜਿਹੜਾ ਇੱਕ ਨੂੰ ਸਮਝੇਗਾ ਨਾ, ਇੱਕ ਫੈਲਿਆ ਹੈ, ਤਾਂ ਉਹ ਅੰਦਰੋਂ ਬਾਹਰੋਂ ਇੱਕ ਹੋਏਗਾ ਮਨ ਬਚਨ ਕਰਮ ਕਰਕੇ। ਤੇ ਜੇ ਮਨ ਬਚਨ ਕਰਮ ਕਰਕੇ ਬੰਦਾ ਸੱਚ ਦਾ ਧਾਰਨੀ ਹੋ ਜਾਏ, ਤਾਂ ਦੁਨੀਆ ਦੇ ਅੰਦਰ ਸੁਖ ਸ਼ਾਂਤੀ ਆ ਸਕਦੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਸਤਿਗੁਰ ਏਕ ਵਿਖਾਲਿਆ, ਮਨ ਤਨ ਸੁਖ ਹੋਈ। ਜਿਨ੍ਹਾਂ ਨੂੰ ਗੁਰੂ ਨੇ ਇੱਕ ਵਿਖਾ ਦਿੱਤਾ, ਭਾਵ ਇੱਕ ਦੀ ਸੂਝ ਬਖਸ਼ਿਸ਼ ਕਰ ਦਿੱਤੀ, ਉਹਨਾਂ ਨੂੰ ਮਨ ਔਰ ਤਨ ਕਰਕੇ ਸੁਖ ਹੋ ਜਾਂਦਾ ਹੈ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਐਸੀ ਜ਼ਿੰਦਗੀ ਜੀਣ ਲਈ ਕੀ ਕਰਨਾ ਚਾਹੀਦਾ ਹੈ? ਗੁਰਮੁਖ ਸਦਾ ਸਲਾਹੀ ਹੈ, ਕਰਤਾ ਕਰੇ ਸੋ ਹੋਈ। ਕਰਤਾ ਕਰੇ ਸੋ ਹੋਈ ਦਾ ਮਤਲਬ ਜਗਤ ਦੇ ਅੰਦਰ ਉਹ ਕੁਛ ਵਾਪਰਦਾ ਹੈ ਜੋ ਕਰਤਾਰ ਕਰਦਾ ਹੈ। ਇਹ ਗੱਲ ਆਪਾਂ ਸਾਰੇ ਸਮਝ ਚੁੱਕੇ ਹਾਂ ਕਿ ਜੋ ਹੁਕਮ ਹੈ, ਰਜ਼ਾ ਹੈ, ਭਾਣਾ ਹੈ, ਉਹੀ ਵਾਪਰਦਾ ਹੈ। ਜੋ ਲਾ ਆਫ ਨੇਚਰ ਹੈ, ਉਹਦੇ ਤੋਂ ਬਾਹਰ ਕੁਛ ਨਹੀਂ ਹੁੰਦਾ। ਜੋ ਕੁਦਰਤ ਦੀ ਨਿਯਮਾਵਲੀ ਹੈ, ਉਹਦੇ ਅੰਦਰ ਇਹ ਸਾਰਾ ਸੰਸਾਰ ਕਾਰਜਸ਼ੀਲ ਹੈ। ਇਸੇ ਨੂੰ ਰੱਬ ਦਾ ਹੁਕਮ, ਰਜ਼ਾ, ਭਾਣਾ ਕਹਿ ਰਹੇ ਨੇ। ਜਗਤ ਵਿੱਚ ਉਹ ਵਾਪਰਦਾ ਜੋ ਕਰਤਾਰ ਕਰਦਾ ਹੈ। ਇਸ ਲਈ ਕੀ ਕਰਨਾ ਚਾਹੀਦਾ ਹੈ? ਗੁਰਮੁਖ ਸਦਾ ਸਲਾਹੀ ਹੈ। ਗੁਰਮੁਖ ਦਾ ਮਤਲਬ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ, ਗੁਰੂ ਤੋਂ ਗਿਆਨ ਦੀ ਦਾਤ ਲੈ ਕੇ ਸਦਾ ਉਸ ਕਰਤਾਰ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਸਲਾਹੀਏ ਦਾ ਮਤਲਬ ਸਿਫਤ ਸਲਾਹ ਕਰਨੀ ਚਾਹੀਦੀ ਹੈ। ਜੋ ਕਰਨ ਕਾਰਨ ਸਮਰੱਥ ਹੈ, ਜੋ ਕਰਨ ਕਾਰਨ ਸਮਰੱਥ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ, ਗੁਰੂ ਤੋਂ ਗਿਆਨ ਦੀ ਦਾਤ ਲੈ ਕੇ ਰੱਬੀ ਗੁਣ ਗਾਣੇ ਚਾਹੀਦੇ ਨੇ। ਮਤਲਬ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦੇ ਧਾਰ ਨਹੀਂ ਹੋਣਾ ਚਾਹੀਦਾ। ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ ਚਾਹੀਦਾ, ਤਾਂ ਸਾਡੀ ਇਹ ਜ਼ਿੰਦਗੀ ਸਫਲ ਹੋ ਸਕਦੀ ਹੈ। ਫਿਰ ਬੰਦਾ ਵਿਕਾਰਾਂ ਦੇ ਬਹੁਤੇ ਖਿਲਾਰੇ ਨਹੀਂ ਖਿਲਾਰੇਗਾ। ਫਿਰ ਇਸ ਸੰਸਾਰ ਦੇ ਅੰਦਰ ਰਹਿੰਦਾ, ਕਾਰਜਸ਼ੀਲ ਕਰਦਾ, ਕਾਰਜਸ਼ੀਲ ਰਹਿੰਦਾ, ਆਪਣੇ ਕਾਰਜਾਂ ਨੂੰ ਖੁਸ਼ੀ ਦੇ ਨਾਲ ਕਰਦਾ, ਖੁਸ਼ੀ ਔਰ ਆਨੰਦ ਮਾਣੇਗਾ। ਸ਼ਲੋਕ ਮਹਿਲਾ ਦੂਜਾ। ਜਿਨ੍ਹਾਂ ਭਉ ਤਿਨ ਨਾਹੀ ਭਉ, ਮੁੱਚ ਭਉ ਨਿਪਵਿਆ। ਇਹ ਪੰਕਤੀ ਦੇ ਵਿਸ਼ਰਾਮ ਸੁਣ ਲਓ। ਜਿਨ੍ਹਾਂ ਭਉ ਤਿਨ ਨਾਹੀ ਭਉ, ਮੁੱਚ ਭਉ ਨਿਪਵਿਆ। ਜਿਨ੍ਹਾਂ ਦਾ ਮਤਲਬ ਜਿਨ੍ਹਾਂ ਨੂੰ, ਭਉ ਦਾ ਮਤਲਬ ਡਰ,
ਤਿਨ ਨਾਹੀਂ ਭਉ ਦਾ ਮਤਲਬ ਉਹਨਾਂ ਨੂੰ ਡਰ ਨਹੀਂ ਹੈ। ਜਿਨ੍ਹਾਂ ਭਉ ਦਾ ਮਤਲਬ ਜਿਨ੍ਹਾਂ ਨੂੰ ਰੱਬ ਦਾ ਡਰ ਹੈ, ਜੋ ਰੱਬ ਦੇ ਰਜ਼ਾ ਵਿੱਚ ਨੇ, ਜੋ ਰੱਬੀ ਹੁਕਮ ਵਿੱਚ ਨੇ, ਜੋ ਰੱਬੀ ਅਦਬ ਦੇ ਅੰਦਰ ਜ਼ਿੰਦਗੀ ਜੀ ਰਹੇ ਨੇ। ਤਿਨਾ ਨਾਹੀਂ ਭਉ, ਉਹਨਾਂ ਨੂੰ ਦੁਨੀਆ ਵਾਲਾ ਕੋਈ ਡਰ ਨਹੀਂ ਰਹਿੰਦਾ। ਜਿਨ੍ਹਾਂ ਭਉ, ਜਿਨ੍ਹਾਂ ਦੇ ਅੰਦਰ ਰੱਬ ਦਾ ਭਉ ਹੈ, ਡਰ ਹੈ, ਅਦਬ ਹੈ, ਜੋ ਰੱਬੀ ਰਜ਼ਾ ਵਿੱਚ ਚੱਲ ਰਹੇ ਨੇ। ਤਿਨ ਨਾਹੀਂ ਭਉ, ਉਹਨਾਂ ਨੂੰ ਕੋਈ ਡਰ ਨਹੀਂ ਹੈ ਦੁਨੀਆ ਵਾਲਾ, ਫੇਲ ਹੋਣ ਦਾ ਡਰ ਨਹੀਂ ਹੈ। ਉਹਨਾਂ ਨੂੰ ਵਿਸ਼ੇ ਵਿਕਾਰਾਂ ਦਾ, ਪਾਪਾਂ ਦਾ ਡਰ ਨਹੀਂ, ਕਿਉਂਕਿ ਉਹਨਾਂ ਨੇ ਕੰਮ ਕਰਨੇ ਹੀ ਨਹੀਂ ਨਾ ਗਲਤ ਜਿਹੜੇ ਨੇ। ਉਹਨਾਂ ਨੂੰ ਡਰ ਨਹੀਂ, ਉਹਨਾਂ ਨੂੰ ਸਹਿਮ ਨਹੀਂ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਨੀ ਹੈ, ਕਿਉਂਕਿ ਰੱਬੀ ਰਜ਼ਾ ਵਿੱਚ ਤੁਰ ਰਹੇ ਨੇ। ਉਹਨਾਂ ਨੂੰ ਦੁਨੀਆ ਵਾਲਾ ਡਰ ਨਹੀਂ ਹੈ। ਮੁੱਚ ਭਉ, ਮੁੱਚ ਦਾ ਮਤਲਬ ਬਹੁਤ ਜ਼ਿਆਦਾ, ਭਉ ਦਾ ਮਤਲਬ ਡਰ। ਨਿਭਵਿਆ, ਨਿਭਵਿਆਂ ਦਾ ਮਤਲਬ ਨਿਡਰਾਂ ਨੂੰ, ਜਿਨ੍ਹਾਂ ਨੂੰ ਰੱਬ ਦਾ ਡਰ ਨਹੀਂ ਹੈ। ਜਿਨ੍ਹਾਂ ਨੂੰ ਰੱਬ ਦਾ ਡਰ ਨਹੀਂ, ਜੋ ਰੱਬ ਦੀ ਰਜ਼ਾ ਵਿੱਚ ਨਹੀਂ ਤੁਰਦੇ, ਜੋ ਰੱਬੀ ਗੁਣਾਂ ਦੇ ਧਾਰਨੀ ਨਹੀਂ ਹਨ। ਮੁੱਚ ਭਉ, ਉਹਨਾਂ ਦੇ ਸਿਰ ਤੇ ਦੁਨੀਆ ਦਾ ਬਹੁਤ ਵੱਡਾ ਡਰ ਔਰ ਸਹਿਮ ਬਣਿਆ ਰਹਿੰਦਾ ਹੈ। ਉਹਨਾਂ ਦੇ ਜੀਵਨ ਵਿੱਚ ਪਾਪਾਂ ਅਪਰਾਧਾਂ ਦਾ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ। ਆਤਮਕ ਮੌਤ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ। ਉਹਨਾਂ ਦੀ ਜ਼ਿੰਦਗੀ ਵਿੱਚ ਹੀ ਡਰ ਨੇ, ਫਲਾਂ ਕੀ ਕਹੇਗਾ, ਦੁਨੀਆਦਾਰੀ ਦੇ ਡਰ ਚੁੱਕੀ ਫਿਰਦੇ ਨੇ। ਉਹਨਾਂ ਨੇ ਐਸੇ ਕਰਮ ਕੀਤੇ ਹੁੰਦੇ ਨੇ ਜਿਨ੍ਹਾਂ ਕਰਕੇ ਜੀਵਨ ਦੇ ਅੰਦਰ ਡਰ ਔਰ ਭੈ ਪੈਦਾ ਹੋ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਜਿਨ੍ਹਾਂ ਮਨੁੱਖਾਂ ਨੂੰ ਰੱਬ ਦਾ ਡਰ ਹੈ, ਉਹਨਾਂ ਨੂੰ ਦੁਨੀਆ ਵਾਲਾ ਕੋਈ ਡਰ ਨਹੀਂ ਪੁੰਦਾ। ਤੇ ਜਿਹੜੇ ਰੱਬ ਵੱਲੋਂ ਨਿਡਰ ਨੇ, ਜੋ ਰੱਬ ਦੀ ਰਜ਼ਾ ਵਿੱਚ ਨਹੀਂ ਤੁਰਦੇ, ਉਹਨਾਂ ਨੂੰ ਦੁਨੀਆ ਦਾ ਡਰ ਵਿਆਪਤਾ ਰਹਿੰਦਾ। ਉਹ ਦੁਨੀਆ ਦੇ ਭੈ ਵਿੱਚ ਨੇ, ਉਹ ਵਿਕਾਰਾਂ ਦੇ ਅੰਦਰ ਖਚਿਤ ਨੇ, ਉਹਨਾਂ ਦੇ ਉੱਤੇ ਆਤਮਕ ਮੌਤ ਦਾ ਖਤਰਾ ਮੰਡਰਾ ਰਿਹਾ ਹੈ। ਲੇਕਿਨ ਜੋ ਰੱਬੀ ਰਜ਼ਾ ਵਿੱਚ ਤੁਰ ਰਹੇ ਨੇ, ਰੱਬੀ ਗੁਣਾਂ ਦੇ ਧਾਰਨੀ ਨੇ, ਉਹਨਾਂ ਨੂੰ ਆਤਮਕ ਮੌਤ ਦਾ ਕੋਈ ਖਤਰਾ ਨਹੀਂ। ਉਹ ਆਤਮਕ ਜ਼ਿੰਦਗੀ ਜਿੰਦੇ ਨੇ। ਨਾਨਕ ਇਹ ਪਟੰਤਰਾ ਇਤ ਦੀਵਾਨ ਗਿਆ। ਗਿਆ ਦਾ ਮਤਲਬ ਜਾਇਆ। ਪਟੰਤਰਾ, ਪਟਾਂ ਅੰਤਰਾ, ਯਾਨੀ ਪਟੇ ਦੇ ਭੇਦ। ਸਰਕਾਰੀ ਪਟੇ ਨੇ ਨਾ, ਜਿਹੜੇ ਆ ਪਟੇ ਲਿਖੇ ਹੁੰਦੇ ਨੇ, ਬੜੀਆਂ ਗੂੜ ਲਿਖਤਾਂ ਹੁੰਦੀਆਂ ਨੇ, ਉਹਨਾਂ ਦਾ ਸਮਝਣਾ ਔਖਾ ਹੁੰਦਾ ਹੈ। ਤੇ ਇੱਥੇ ਪਟੰਤਰਾ ਦਾ ਮਤਲਬ ਹੈਗਾ ਗੂੜ ਭੇਦ। ਤਾਂ ਪਟੰਤਰਾ ਦਾ ਮਤਲਬ ਗੂੜ ਭੇਦ ਜਾਂ ਨਿਰਣਾ, ਨਬੇੜਾ। ਦੀਵਾਨ ਦਾ ਮਤਲਬ ਦੀਵਾਨ ਵਿੱਚ, ਦੀਵਾਨ ਵਿੱਚ, ਹਜ਼ੂਰੀ ਵਿੱਚ। ਤਿਤ ਦੀਵਾਨ ਦਾ ਮਤਲਬ ਰੱਬ ਦੀ ਹਜ਼ੂਰੀ ਵਿੱਚ। ਨਾਨਕ ਇਹ ਪਟੰਤਰਾ, ਇਹ ਨਿਰਣਾ ਤਦੋਂ ਹੁੰਦਾ ਹੈ ਜਦੋਂ ਮਨੁੱਖ ਰੱਬ ਦੀ ਹਜ਼ੂਰੀ ਵਿੱਚ ਅਪੜੇ। ਹੁਣ ਰੱਬ ਦੀ ਹਜ਼ੂਰੀ ਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ। ਰੱਬ ਦੀ ਹਜ਼ੂਰੀ ਦਾ ਮਤਲਬ ਜਦੋਂ ਰੱਬੀ ਚਰਨਾਂ ਦੇ ਨਾਲ ਜੁੜੇ, ਜਦੋਂ ਰੱਬੀ ਗੁਣਾਂ ਦਾ ਧਾਰਨੀ ਹੋਵੇ, ਜਦੋਂ ਰੱਬੀ ਰਜ਼ਾ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੇ, ਜਦੋਂ ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੇ, ਤਾਂ ਉਦੋਂ ਇਹ ਨਖੇੜਾ ਹੁੰਦਾ ਹੈ। ਉਦੋਂ ਪਤਾ ਲੱਗਦਾ ਹੈ ਇਸ ਸੱਚਾਈ ਦਾ ਕਿ ਜਿਹੜੇ ਰੱਬੀ ਰਜ਼ਾ ਵਿੱਚ ਤੁਰਦੇ ਨੇ, ਉਹਨਾਂ ਨੂੰ ਦੁਨੀਆ ਦਾ ਡਰ ਨਹੀਂ ਰਹਿੰਦਾ। ਤੇ ਜਿਹੜੇ ਰੱਬੀ ਰਜ਼ਾ ਤੋਂ ਉਲਟ ਨੇ, ਉਹ ਦੁਨੀਆ ਦੇ ਡਰ ਦੇ ਥੱਲੇ ਦੱਬੇ ਰਹਿੰਦੇ ਨੇ। ਇਹ ਨਿਰਣਾ ਉਦੋਂ ਹੁੰਦਾ ਹੈ ਜਦੋਂ ਬੰਦਾ ਰੱਬੀ ਗੁਣਾਂ ਦੇ ਨਾਲ ਜੁੜਦਾ ਹੈ, ਤਾਂ ਹੀ ਪਤਾ ਲੱਗੇਗਾ ਨਾ। ਜੇ ਅਸੀਂ ਸੱਚ ਨੂੰ, ਦਇਆ ਨੂੰ, ਪ੍ਰੇਮ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਾਂਗੇ, ਤਾਂ ਉਹਦਾ ਜੋ ਰਿਜ਼ਲਟ ਹੋਏਗਾ, ਉਹਨੂੰ ਤੇ ਅਸੀਂ ਤਾਂ ਹੀ ਮਾਣ ਪਾਵਾਂਗੇ। ਸੱਚਾਈ ਦਾ ਪਤਾ ਤਾਂ ਹੀ ਲੱਗੇਗਾ ਨਾ। ਇਹਨੂੰ ਕਹਿੰਦੇ ਨੇ ਤਿਤ ਦੀਵਾਨ ਗਿਆ। ਮਹਿਲਾ ਦੂਜਾ। ਤੁਰਦੇ ਕੋ ਤੁਰਦਾ ਮਿਲੇ, ਉੜਤੇ ਕੋ ਉੜਤਾ। ਉੜਤਾ ਦਾ ਮਤਲਬ ਉੱਡਣ ਵਾਲਾ ਪੰਛੀ, ਮਿਲੇ ਦਾ ਮਤਲਬ ਸਾਥ ਕਰਦਾ ਹੈ। ਹੁਣ ਇਹ ਪੰਕਤੀ ਦੇ ਨਾ ਦੋ ਅਰਥ ਨੇ। ਇੱਕ ਤਾਂ ਅਰਥ ਸਾਨੂੰ ਸਾਫ਼ ਸਮਝ ਆ ਹੀ ਰਿਹਾ ਹੈ। ਉੜਤੇ, ਤੁਰਦੇ ਕੋ ਤੁਰਦਾ ਮਿਲੇ, ਉੜਤੇ ਕੋ ਉੜਤਾ। ਤੁਰਦੇ ਕੋ ਦਾ ਮਤਲਬ ਜੋ ਤੁਰਨ ਵਾਲੇ ਜੀਵ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ ਮਨੁੱਖ ਮਾਤਰ, ਤੁਰਨ ਵਾਲੇ ਨਾਲ ਤੁਰਨ ਵਾਲਾ ਸਾਥ ਕਰਦਾ ਹੈ। ਹੁਣ ਜੇ ਮੈਂ ਕਬੂਤਰ ਦਾ ਸਾਥ ਕਰਨਾ ਚਾਹਾਂ ਤਾਂ ਨਹੀਂ ਕਰ ਸਕਾਂਗਾ ਨਾ। ਮੈਂ ਉੱਡ ਨਹੀਂ ਸਕਦਾ, ਕਬੂਤਰ ਮੇਰੀ ਜਿੰਨੀ ਤੇਜ਼ ਤੁਰ ਨਹੀਂ ਸਕਦਾ। ਇਸ ਲਈ ਤੁਰਨ ਵਾਲੇ ਦੇ ਨਾਲ ਤੁਰਨ ਵਾਲੇ ਦਾ ਸਾਥ ਹੁੰਦਾ ਹੈ। ਉੜਤੇ ਕੋ ਉੜਤਾ, ਤੇ ਪੰਛੀਆਂ ਦੇ ਨਾਲ ਪੰਛੀ ਸਾਥ ਕਰਦੇ ਨੇ। ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਜੀਵਤੇ ਦਾ ਮਤਲਬ ਜਿੰਦਾ ਦਿਲ ਇਨਸਾਨ, ਜੋ ਆਤਮਕ ਜ਼ਿੰਦਗੀ ਜੀ ਰਿਹਾ ਹੈ। ਉਹ ਆਤਮਕ ਜੀਵਨ ਜੀਣ ਵਾਲਿਆਂ ਦਾ ਸਾਥ ਕਰਦਾ ਹੈ। ਮੂਏ ਕੋ ਮੂਆ, ਜੋ ਆਤਮਕ ਮੌਤੇ ਮਰਿਆ ਹੋਇਆ ਹੈ, ਉਹ ਆਤਮਕ ਮੌਤੇ ਮਰਿਆਂ ਦਾ ਸਾਥ ਕਰਦਾ ਹੈ।
ਸੱਚ ਦਾ ਔਰ ਝੂਠ ਦਾ ਸਾਥ ਨਹੀਂ ਨਾ ਹੁੰਦਾ ਕਦੇ ਵੀ। ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਹੰਸਾਂ ਔਰ ਬਗਲਿਆਂ ਦਾ ਕਦੇ ਸਾਥ ਨਹੀਂ ਹੁੰਦਾ। ਜੇ ਕਿਤੇ ਬਗਲੇ ਹੰਸਾਂ ਦੇ ਵਿੱਚ ਜਾ ਕੇ ਬਹਿ ਵੀ ਜਾਣ ਨਾ, ਤਾਂ ਹੰਸਾਂ ਵਿੱਚ ਬੈਠਾ ਜਿਹੜਾ ਬਗਲਾ ਹੈ ਉਹ ਉੱਥੇ ਸ਼ਾਂਤੀ ਮਹਿਸੂਸ ਨਹੀਂ ਕਰਦਾ, ਆਖਿਰ ਉੱਥੋਂ ਉੱਡ ਜਾਂਦਾ ਹੈ, ਕਿਉਂਕਿ ਉਹਨਾਂ ਦਾ ਖਾਣਾ ਵੱਖਰਾ ਹੈ। ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ। ਤਾਂ ਜਿਹੋ ਜਿਹੀ ਕਿਸੇ ਦੀ ਬਿਰਤੀ ਹੈ, ਉਹੋ ਜਿਹੀ ਬਿਰਤੀ ਵਾਲੇ ਦੇ ਨਾਲ ਬੰਦਾ ਮਿਲਦਾ ਹੈ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਨਾਨਕ ਸੋ ਸਾਲਾ ਹੀ ਹੈ ਜਿਨ ਕਾਰਨ ਕੀਆ। ਜਿਵੇਂ ਤੁਰਨ ਵਾਲੇ ਦੇ ਨਾਲ ਤੁਰਨ ਵਾਲਾ ਸਾਥ ਕਰਦਾ ਹੈ, ਜਿਵੇਂ ਉੱਡਣ ਵਾਲੇ ਦੇ ਨਾਲ ਉੱਡਣ ਵਾਲੇ ਪੰਛੀ ਸਾਥ ਕਰਦੇ ਨੇ, ਜਿਵੇਂ ਜਿੰਦਾ ਜ਼ਮੀਰ ਵਾਲੇ ਜਿੰਦਾ ਜ਼ਮੀਰ ਵਾਲਿਆਂ ਕੋਲ ਬਹਿੰਦੇ ਨੇ, ਮੋਈ ਜ਼ਮੀਰ ਵਾਲੇ ਮੋਈ ਜ਼ਮੀਰ ਵਾਲਿਆਂ ਦੇ ਨਾਲ ਮਿਲਦੇ ਨੇ। ਜੈਸੀ ਕਿਸੇ ਦੀ ਬਿਰਤੀ ਹੋਵੇ, ਜੈਸਾ ਕਿਸੇ ਦਾ ਅਸਲਾ ਹੋਵੇ, ਉਹਦੇ ਨਾਲ ਸਾਥ ਕਰਦਾ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਨਾਨਕ ਸੋ ਸਾਲਾ ਹੀ ਹੈ ਜਿਨ ਕਾਰਨ ਕੀਆ। ਜਿਸ ਨੇ ਇਹ ਜਗਤ ਰਚਿਆ ਹੈ, ਸਾਨੂੰ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਸਾਨੂੰ ਉਹਦੇ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਅਸੀਂ ਉਹਦਾ ਅਸਲਾ ਹਾਂ। ਸਾਡਾ ਅਸਲਾ ਉਹ ਹੈ, ਸਾਡਾ ਅਸਲਾ ਉਹ ਰੱਬ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਜੋਤ ਸਰੂਪ ਦੇ ਅੰਸ਼ ਹਾਂ, ਇਸ ਲਈ ਸਾਨੂੰ ਰੱਬ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਰੱਬ ਵਰਗੇ ਹਾਂ, ਉਹਦੇ ਤੋਂ ਵੱਖਰੇ ਕਦੇ ਵੀ ਨਹੀਂ ਆ। ਤਾਂ ਸਾਨੂੰ ਵੱਖਰੇ ਨਹੀਂ ਹੋਣਾ ਚਾਹੀਦਾ, ਸਾਨੂੰ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਗੁਰੂ ਜੀ ਸਾਨੂੰ ਇਹ ਮਿਸਾਲਾਂ ਦੇ ਕੇ ਸਮਝਾ ਰਹੇ ਨੇ। ਤੇ ਦੂਜਾ ਜਿਹੜਾ ਇਸ ਦਾ ਅਰਥ ਹੈ ਜੋ ਵਿਦਵਾਨ ਪੁਰਸ਼ਾਂ ਨੇ ਕੀਤਾ ਹੈ, ਬੜਾ ਗੂੜ ਅਰਥ ਹੈ। ਤੁਰਦੇ ਕੋ ਤੁਰਦਾ ਮਿਲੇ। ਹੁਣ ਤੁਰਦਾ ਕਿਹੜਾ ਹੈ? ਪਾਣੀ। ਜਦੋਂ ਬੰਦਾ ਮਰ ਜਾਂਦਾ ਨਾ, ਕੀ ਹੁੰਦਾ ਹੈ? ਬੰਦੇ ਦੇ ਜਿਹੜੇ ਸਰੀਰ ਦੇ ਤੱਤ ਨੇ ਉਹ ਤੱਤਾਂ ਦੇ ਵਿੱਚ ਮਿਲ ਜਾਂਦੇ। ਤੁਰਦੇ ਕੋ ਤੁਰਦਾ ਮਿਲੇ। ਤੁਰਦੇ ਦਾ ਮਤਲਬ ਜੋ ਪਾਣੀ ਹੈ, ਬੰਦੇ ਦੇ ਸਰੀਰ ਦਾ ਮਰਨ ਤੋਂ ਬਾਅਦ ਪਾਣੀ ਪਾਣੀ ਵਿੱਚ ਮਿਲ ਜਾਂਦਾ। ਜਿਵੇਂ ਗੁਰਬਾਣੀ ਦੇ ਅੰਦਰ ਇੱਕ ਹੋਰ ਸ਼ਬਦ ਹੈ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਇੱਥੇ ਵੀ ਉਹ ਭਾਵਨਾ ਹੈ ਕਿ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ, ਉੜਤੇ ਕੋ ਉੜਤਾ, ਤੇ ਹਵਾ ਜਿਹੜੀ ਉੱਡਣ ਵਾਲੀ ਹੈ ਸਾਡੇ ਸਰੀਰ ਦੀ ਪਾਉਣ ਵਿੱਚ ਮਿਲ ਜਾਂਦੀ। ਮਰਨ ਤੋਂ ਬਾਅਦ ਪਾਣੀ ਪਾਣੀ ਵਿੱਚ ਮਿਲ ਗਿਆ, ਤੁਰਨ ਵਾਲਾ, ਉੱਡਣ ਵਾਲੀ ਹਵਾ ਹਵਾ ਵਿੱਚ ਮਿਲ ਗਈ। ਜੀਵਤੇ ਕੋ ਜੀਵਤਾ ਮਿਲੇ। ਇੱਥੇ ਜੀਵਤੇ ਦਾ ਮਤਲਬ ਹੈ ਅੱਗ। ਜਿਹੜੀ ਅੱਗ ਹੈ ਉਹ ਅੱਗ ਦੇ ਨਾਲ ਮਿਲ ਜਾਂਦੀ ਹੈ। ਮੂਏ ਕੋ ਮੂਆ, ਇੱਥੇ ਮੂਏ ਦਾ ਮਤਲਬ ਹੈ ਮਿੱਟੀ, ਤੇ ਜੋ ਮਿੱਟੀ ਹੈ ਉਹ ਮਿੱਟੀ ਦਾ ਤੱਤ ਮਿੱਟੀ ਵਿੱਚ ਮਿਲ ਜਾਂਦਾ ਹੈ। ਯਾਨੀ ਇਹ ਸਰੀਰ ਦੇ ਜਿਹੜੇ ਸਾਰੇ ਤੱਤ ਨੇ ਆਪੋ ਆਪਣੇ ਤੱਤਾਂ ਵਿੱਚ ਮਿਲ ਜਾਂਦੇ ਨੇ। ਅੱਗੇ ਹੁਣ ਸਾਨੂੰ ਕਹਿ ਰਹੇ ਨੇ ਨਾਨਕ ਸੋ ਸਾਲਾ ਹੀ ਹੈ ਜਿਨ ਕਾਰਨ ਕੀਆ। ਜਿਵੇਂ ਇਹ ਤੱਤ ਆਖਿਰ ਤੱਤਾਂ ਵਿੱਚ ਮਿਲ ਜਾਂਦੇ ਨੇ, ਤੇ ਸਾਨੂੰ ਵੀ ਚਾਹੀਦਾ ਹੈ ਅਸੀਂ ਉਸ ਪ੍ਰਭੂ ਦੀ ਸਿਫਤ ਸਲਾਹ ਕਰੀਏ ਜਿਸ ਨੇ ਇਹ ਸਾਰੀ ਬਣਤਰ ਬਣਾਈ ਹੈ, ਉਹਦੇ ਗੁਣ ਗਾਈਏ, ਉਹਦੀ ਰਜ਼ਾ ਦੇ ਵਿੱਚ ਰਹੀਏ, ਤਾਂ ਸਾਡਾ ਇਹ ਜੀਵਨ ਜਿਹੜਾ ਹੈ ਉਹ ਸਫਲ ਔਰ ਸੁਚੱਜਾ ਹੋ ਸਕਦਾ ਹੈ। ਤਾਂ ਦੂਜੇ ਭਾਵ ਦੇ ਅੰਦਰ ਇਹ ਸਮਝਾਇਆ ਜਾ ਰਿਹਾ ਹੈ ਕਿ ਪਿਆਰਿਓ, ਇਹ ਸਰੀਰ ਨੇ ਆਖਿਰ ਇੱਕ ਦਿਨ ਖਤਮ ਹੋ ਜਾਣਾ ਹੈ, ਤੱਤਾਂ ਨੇ ਤੱਤਾਂ ਦੇ ਅੰਦਰ ਸਮਾ ਜਾਣਾ ਹੈ। ਇਸ ਲਈ ਜਦੋਂ ਤੱਕ ਇਹ ਸਰੀਰ ਹੈ, ਇਹਦੀ ਦੁਰਵਰਤੋਂ ਨਾ ਕਰੋ, ਸਹੀ ਵਰਤੋਂ ਕਰੋ। ਜਦ ਤੱਕ ਇਹ ਸਰੀਰ ਹੈ ਉਦੋਂ ਤੱਕ ਕਰਤੇ ਦੀ ਸਿਫਤ ਸਲਾਹ ਕਰੋ, ਉਦੋਂ ਤੱਕ ਰੱਬੀ ਗੁਣ ਗਾਓ, ਰੱਬੀ ਰਜ਼ਾ ਵਿੱਚ ਤੁਰੋ, ਗੁਣਾਂ ਵਾਲੀ ਜ਼ਿੰਦਗੀ ਜੀਵੋ। ਪੌੜੀ। ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ। ਸੱਚ ਦਾ ਮਤਲਬ ਸਦਾ ਸਥਿਰ ਰਹਿਣ ਵਾਲਾ, ਸ਼ਬਦ ਦਾ ਮਤਲਬ ਸ਼ਬਦ ਦੀ ਰਾਹੀਂ। ਗੁਰੂ ਦੇ ਸ਼ਬਦ ਦੀ ਰਾਹੀਂ ਜੋ ਸੱਚ ਨੂੰ ਸਿਮਰਦੇ ਨੇ, ਧਿਆਨ ਵਿੱਚ ਵਸਾਉਂਦੇ ਨੇ, ਉਹ ਇਨਸਾਨ ਸੱਚੇ ਨੇ। ਸੱਚੇ ਦਾ ਮਤਲਬ ਰੱਬ ਦਾ ਹੀ ਰੂਪ ਹੋ ਜਾਂਦੇ ਨੇ। ਜਿਹੜੇ ਸੱਚ ਨੂੰ ਸਿਮਰਦੇ ਨੇ ਉਹ ਸੱਚ ਦਾ ਰੂਪ ਹੋ ਜਾਂਦੇ ਨੇ। ਜੋ ਰੱਬ ਨੂੰ ਆਪਣੀ ਯਾਦ ਵਿੱਚ, ਆਪਣੀ ਮਾਨਸਿਕਤਾ ਵਿੱਚ ਟਿਕਾਉਂਦੇ ਨੇ, ਬੋਲਾਂ ਵਿੱਚ ਟਿਕਾਉਂਦੇ ਨੇ, ਬਿਹੇਵੀਅਰ ਦੇ ਅੰਦਰ ਲਿਆਉਂਦੇ ਨੇ, ਉਹ ਰੱਬ ਦਾ ਰੂਪ ਹੋ ਜਾਂਦੇ ਨੇ ਗੁਰੂ ਸ਼ਬਦ ਦੇ ਰਾਹੀਂ। ਜਿਹੜੇ ਗੁਰੂ ਦੇ ਸ਼ਬਦ ਦੀ ਰਾਹੀਂ ਉੱਚੀ ਵਿਚਾਰ ਵਾਲੇ ਹੋ ਕੇ ਸੱਚ ਨੂੰ ਸਿਮਰਦੇ ਨੇ, ਉਹ ਸੱਚੇ ਹੋ ਜਾਂਦੇ ਨੇ। ਔਰ ਸੱਚੇ ਔਰ ਸਚਿਆਰ ਹੋਣਾ ਹੀ ਸਾਡੀ ਜ਼ਿੰਦਗੀ ਦਾ ਗੋਲ ਹੈ। ਕਿ ਉਹ ਸਚਿਆਰਾ ਹੋਈ ਹੈ, ਸਾਡੇ ਜੀਵਨ ਦਾ ਗੋਲ ਵੀ ਇਹੀ ਹੈ
ਕਿ ਅਸੀਂ ਸਚਿਆਰ ਹੋ ਕੇ ਜ਼ਿੰਦਗੀ ਜੀਣੀ ਹੈ, ਤੇ ਸਚਿਆਰ ਬੰਦਾ ਹੁੰਦਾ ਹੈ ਗੁਰੂ ਸ਼ਬਦ ਦੇ ਵਿਚਾਰ ਰਾਹੀਂ। ਹਉਮੈ ਮਾਰ ਮਨ ਨਿਰਮਲਾ, ਹਰ ਨਾਮ ਉਰ ਧਾਰੀ। ਉਰ ਦਾ ਮਤਲਬ ਹਿਰਦਾ। ਹਉਮੈ ਮਾਰ ਮਨ ਨਿਰਮਲਾ, ਪ੍ਰਭੂ ਦਾ ਨਾਮ, ਰੱਬੀ ਗੁਣ ਹਿਰਦੇ ਵਿੱਚ ਰੱਖ ਕੇ, ਹਉਮੈ ਨੂੰ ਮਾਰ ਕੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ। ਜੋ ਗੁਰੂ ਸ਼ਬਦ ਰਾਹੀਂ ਵਿਚਾਰ ਕਰਦੇ ਨੇ, ਆਪਣੀ ਹਉਮੈ ਨੂੰ ਮਾਰ ਲੈਂਦੇ ਨੇ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ, ਇਸ ਤਰ੍ਹਾਂ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਉਹਨਾਂ ਦੇ ਮਨ ਦੇ ਅੰਦਰ ਫਿਰ ਕੋਈ ਵਿਕਾਰੀ ਫੁਰਨਾ ਨਹੀਂ ਫੁਰਦਾ। ਉਹ ਫਿਰ ਇਹ ਕਹਿ ਦਿੰਦੇ ਨੇ, ਨਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ, ਕਿ ਇਹ ਪਾਪੋ ਤੇ ਵਿਕਾਰੋ ਨਸ ਜਾਓ। ਹੁਣ ਇਹ ਸਰੀਰ ਦਾ, ਮਨ ਦਾ ਕਰਤਾ ਘਰ ਵਿੱਚ ਆ ਗਿਆ ਹੈ, ਹੁਣ ਤੁਹਾਡੀ ਇੱਥੇ ਕੋਈ ਥਾਂ ਨਹੀਂ ਹੈ। ਉਹਨਾਂ ਦਾ ਮਨ, ਉਹਨਾਂ ਦੀ ਸੋਚ, ਉਹਨਾਂ ਦੀ ਮੈਂਟੈਲਿਟੀ ਵਿਕਾਰਾਂ ਤੋਂ ਰਹਿਤ, ਪਾਪਾਂ ਤੋਂ ਰਹਿਤ, ਐਨ ਸ਼ੁੱਧ ਸਰੂਪ ਗੁਣਾਂ ਵਾਲੀ ਹੋ ਜਾਂਦੀ ਹੈ। ਉਹ ਆਪਣੇ ਹਿਰਦੇ ਅੰਦਰ, ਸੋਚ ਅੰਦਰ ਰੱਬੀ ਗੁਣਾਂ ਨੂੰ ਵਸਾ ਲੈਂਦੇ। ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਰੀ। ਇਹਨੂੰ ਮਾੜੀਆਂ ਨਹੀਂ ਪੜਨਾ, ਬਿੰਦੀ ਲਗਾ ਕੇ ਮਾੜੀਆਂ। ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਰੀ। ਗਵਾਰੀ ਦਾ ਮਤਲਬ ਗਵਾਰ ਲੋਕ, ਮੰਡਪ ਦਾ ਮਤਲਬ ਵੱਡੇ ਕਮਰੇ, ਮਾੜੀਆਂ ਦਾ ਮਤਲਬ ਮਹਿਲ। ਪਰ ਮੂਰਖ ਮਨੁੱਖ ਰੱਬੀ ਗੁਣਾਂ ਨੂੰ ਵਿਸਾਰ ਕੇ, ਰੱਬੀ ਰਜਾ ਨੂੰ ਵਿਸਾਰ ਕੇ ਘਰਾਂ ਔਰ ਮਹਿਲ ਮਾੜੀਆਂ ਦੇ ਮੋਹ ਵਿੱਚ ਹੀ ਲੱਗੇ ਰਹਿੰਦੇ ਨੇ। ਹੁਣ ਇਹਦਾ ਮਤਲਬ ਇਹ ਨਹੀਂ ਕਿ ਘਰ ਨਾ ਬਣਾਓ, ਮਹਿਲ ਨਾ ਬਣਾਓ। ਇੱਥੇ ਗੱਲ ਇਹ ਹੈ ਕਿ ਰੱਬ ਨੂੰ ਵਿਸਾਰ ਕੇ, ਗੁਣਾਂ ਨੂੰ ਵਿਸਾਰ ਕੇ, ਸੱਚ ਨੂੰ ਵਿਸਾਰ ਕੇ ਜਿਹੜਾ ਕੋਠੇ ਮੰਡਪ ਮਹਿਲ ਮਾੜੀਆਂ ਵਿੱਚ ਲੱਗੇਗਾ, ਉਹ 2 ਨੰਬਰ ਦੇ ਧੰਦੇ ਵੀ ਕਰੇਗਾ, ਉਹ ਪਾਪ ਕਰਮ ਵੀ ਕਰੇਗਾ। ਉਹਦੀ ਜ਼ਿੰਦਗੀ ਦੇ ਅੰਦਰ ਇਨਸਾਨੀਅਤ ਨਹੀਂ ਰਹੇਗੀ ਜੇ ਗੁਣਾਂ ਨੂੰ ਵਿਸਾਰ ਦੇਗਾ, ਜੇ ਸੱਚ ਅੰਦਰ ਨਹੀਂ ਹੈ। ਤਾਂ ਜੀਵਨ ਦਾ ਗੋਲ ਜਿਹੜਾ ਹੈ ਉਹ ਸੱਚ ਹੈ। ਕਦੇ ਵੀ ਕੋਠੇ ਮੰਡਪ ਮਾੜੀਆਂ ਕਰਕੇ ਸੱਚ ਦਾ ਤਿਆਗ ਨਹੀਂ ਕੀਤਾ ਜਾ ਸਕਦਾ। ਔਰ ਇਤਿਹਾਸ ਗਵਾਹ ਹੈ ਕਿਵੇਂ ਲੋਕਾਂ ਨੇ, ਜਿਹੜੇ ਮਹਾਨ ਇਨਸਾਨ ਨੇ, ਉਹਨਾਂ ਨੇ ਸੱਚ ਨੂੰ ਕਾਇਮ ਰੱਖਿਆ ਹੈ। ਕੋਠੇ ਮੰਡਪ ਮਾੜੀਆਂ ਰਾਜ ਭਾਗ ਨੂੰ ਉਹਨਾਂ ਨੇ ਲੱਤ ਮਾਰੀ ਹੈ, ਤੇ ਆਖਿਰ ਨਾਮ ਉਹਨਾਂ ਦਾ ਹੀ ਹੋਇਆ ਹੈ। ਕਿਹਾ ਜਾਂਦਾ ਸੀ ਨਾ ਛੋਟੇ ਸਾਹਿਬਜ਼ਾਦਿਆਂ ਨੂੰ ਕਿ ਤੁਹਾਨੂੰ ਰਾਜੇ ਬਾਦਸ਼ਾਹ ਬਣਾ ਦਿਆਂਗੇ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਰਾਜੇ ਬਾਦਸ਼ਾਹ ਖਾਨ ਬਹਾਦਰ ਹੋਣਗੀਆਂ। ਉਹਨਾਂ ਨੇ ਪੈਰ ਦੀ ਜੁੱਤੀ ਦੀ ਨੋਕ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਿਆ, ਠੁਕਰਾ ਦਿੱਤਾ ਨਾ। ਬੇਸ਼ੱਕ ਉਹਨਾਂ ਨੂੰ ਨੀਹਾਂ ਵਿਛਣ ਦਿੱਤਾ ਗਿਆ, ਲੇਕਿਨ ਉਹਨਾਂ ਦੀ ਜ਼ਮੀਰ ਨੂੰ ਕੋਈ ਖਰੀਦ ਨਹੀਂ ਸਕਿਆ। ਉਹਨਾਂ ਨੇ ਸੱਚ ਦਾ ਤਿਆਗ ਨਹੀਂ ਕੀਤਾ। ਜਿਨ੍ਹਾਂ ਵੀਰਾਂ ਦਾ, ਭੈਣਾਂ ਦਾ, ਸਿੰਘਾਂ ਸਿੰਘਣੀਆਂ ਦਾ ਨਾਮ ਅਸੀਂ ਰੋਜ਼ ਅਰਦਾਸ ਵਿੱਚ ਲੈਂਦੇ ਹਾਂ, ਇਹ ਉਹ ਹੀ ਨੇ ਜਿਨ੍ਹਾਂ ਨੇ ਸੱਚ ਦਾ ਤਿਆਗ ਨਹੀਂ ਸੀ ਕੀਤਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਮੂਰਖ ਨੇ, ਕਮਲੇ ਨੇ, ਬੇਸਮਝ ਨੇ, ਉਹ ਸੱਚ ਨੂੰ ਤਿਆਗ ਕੇ ਕੇਵਲ ਇਹ ਕੋਠੇ ਮੰਡਪ ਮਾੜੀਆਂ ਦੇ ਮੋਹ ਦੇ ਅੰਦਰ ਹੀ ਲੱਗੇ ਰਹੇ। ਜਿਨ ਕੀਏ ਤਿਸੇ ਨਾ ਜਾਣਨੀ, ਮਨਮੁਖ ਗੁਬਾਰੀ। ਗੁਬਾਰੀ ਦਾ ਮਤਲਬ ਕੁੱਪ, ਹਨੇਰਾ। ਮਨਮੁਖ ਦਾ ਮਤਲਬ ਮਨ ਦੇ ਪਿੱਛੇ ਤੁਰਨ ਵਾਲੇ। ਜੋ ਮਨਮੁਖ ਮੋਹ ਦੇ ਕੁੱਪ ਹਨੇਰੇ ਵਿੱਚ, ਸੈਲਫਿਸ਼ਨੈਸ ਦੇ ਕੁੱਪ ਹਨੇਰੇ ਵਿੱਚ ਫਸ ਕੇ ਰੱਬੀ ਗੁਣਾਂ ਨੂੰ ਵਿਸਾਰ ਦਿੰਦੇ ਨੇ। ਜਿਸ ਨੇ ਇਸ ਸੰਸਾਰ ਨੂੰ ਪੈਦਾ ਕੀਤਾ ਹੈ, ਜਿਸ ਨੇ ਇਸ ਨੂੰ ਜੀਵਨ ਦਿੱਤਾ ਹੈ, ਉਹਨੂੰ ਹੀ ਵਿਸਾਰ ਦਿੰਦੇ ਨੇ। ਉਸ ਹੁਕਮ ਨੂੰ ਭੁਲਾ ਬੈਂਦੇ ਨੇ, ਰਜਾ ਨੂੰ ਭੁਲਾ ਬੈਂਦੇ ਨੇ, ਰੱਬੀ ਗੁਣਾਂ ਨੂੰ ਭੁਲਾ ਬੈਂਦੇ ਨੇ, ਮੋਹ ਦੇ ਕੁੱਪ ਹਨੇਰੇ ਦੇ ਕਾਰਨ। ਔਰ ਹਕੀਕਤ ਹੈ, ਜਿਸ ਦੇ ਅੰਦਰ ਸੈਲਫਿਸ਼ਨੈਸ ਹੈ, ਉਹ ਬੰਦਾ ਕਦੇ ਵੀ ਸ਼ੁਭ ਗੁਣਾਂ ਦਾ ਧਾਰ ਨਹੀਂ ਹੋਏਗਾ। ਨਹੀਂ, ਉਹਨੂੰ ਜਿੱਥੇ ਵੀ ਮੌਕਾ ਮਿਲੇਗਾ ਉਹ ਦੂਜੇ ਨੂੰ ਧੋਖਾ ਵੀ ਦੇ ਸਕੇਗਾ। ਮੋਹ ਦੇ ਵਿੱਚ ਵੱਜਿਆ ਜੋ ਸੈਲਫਿਸ਼ ਇਨਸਾਨ ਹੈ, ਉਹ 2 ਨੰਬਰ ਦੇ ਕੋਈ ਵੀ ਧੰਦੇ ਕਰ ਸਕਦਾ ਹੈ। ਉਹ ਆਪਣੇ ਸੁਖ ਸ਼ਾਂਤੀ ਵਾਸਤੇ ਕਿਸੇ ਨੂੰ ਮੌਤ ਦੇ ਘਾਟ ਵੀ ਉਤਾਰ ਸਕਦਾ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਆਪ ਖੁਦਰੇ ਮੋਹ ਦੇ, ਅਗਿਆਨਤਾ ਦੇ ਕੁੱਪ ਹਨੇਰੇ ਵਿੱਚ ਫਸ ਕੇ ਉਸ ਪ੍ਰਭੂ ਨੂੰ ਨਹੀਂ ਪਛਾਣਦੇ, ਜਿਸ ਨੇ ਜਗਤ ਦੀ ਰਚਨਾ ਕੀਤੀ ਹੈ, ਜੋ ਜਗਤ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ, ਜੋ ਹਰ ਇਨਸਾਨ ਦੇ ਅੰਦਰ ਵਸ ਰਿਹਾ ਹੈ। ਅਦਿਸਤਾ ਜਗਤ ਜਿਸ ਦਾ ਪ੍ਰਤੱਖ ਰੂਪ ਹੈ, ਉਹਨੂੰ ਪਛਾਣਦੇ ਨਹੀਂ। ਜਿਸ ਬੁਝਾਏ ਹੈ ਸੋ ਬੁਝਸੀ ਸੱਚਿਆ, ਕਿਆ ਜੰਤ ਵਿਚਾਰੀ। ਇਹਨੂੰ ਬੁਝਾਹੇ ਨਹੀਂ ਪੜਨਾ। ਬੁਝਾਹੇ ਪੜਾਂਗੇ ਤਾਂ ਫਿਰ ਈੜੀ ਛੁੱਟ ਜਾਏਗੀ। ਬੁਝਾਏ ਹੈ, 4 ਅਕਸ਼ਰਾਂ ਦੀ ਆਵਾਜ਼ ਆਏ ਔਰ ਹਾਹੇ ਦੇ ਨਾਲ ਬਿੰਦੀ ਦਾ ਉਚਾਰਨ। ਜਿਸ ਬੁਝਾਏ ਹੈ ਸੋ ਬੁਝਸੀ ਸੱਚਿਆ, ਕਿਆ ਜੰਤ ਵਿਚਾਰੀ।
हे ਇੱਥੇ ਰਹਿਣ ਵਾਲੇ ਪ੍ਰਭੂ, ਇਹਨਾਂ ਜੀਵਾਂ ਦੇ ਵਸ ਵਿੱਚ ਕੀ ਹੈ? ਜਿਨ੍ਹਾਂ ਨੂੰ ਤੂੰ ਸੂਝ ਬਖਸ਼ਦਾ ਹੈ ਉਹੀ ਸਮਝਦਾ ਹੈ। ਹੁਣ ਇੱਥੇ ਸੂਝ ਬਖਸ਼ਣ ਦਾ ਮਤਲਬ ਜੋ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ, ਸਮਝ ਉਸੇ ਨੂੰ ਆਉਂਦੀ ਹੈ। ਹੁਕਮ ਤੋਂ ਬਾਹਰ ਸਮਝ ਨਹੀਂ ਆਏਗੀ ਨਾ। ਹੁਕਮ ਦੇ ਵਿੱਚ ਹੀ ਸਮਝ ਆ ਸਕਦੀ ਹੈ। ਬੇਸਮਝੀ, ਸਮਝ, ਇਹ ਸਭ ਰਜ਼ਾ ਦੇ ਵਿੱਚ, ਭਾਣੇ ਵਿੱਚ ਹੈ, ਹੁਕਮ ਵਿੱਚ ਹੈ। ਜੇ ਇਹ ਬਾਰੀਕੀ ਦੀ ਸਮਝ ਸਾਨੂੰ ਆ ਜਾਏ ਤਾਂ ਇੱਕ ਬਹੁਤ ਵੱਡੀ ਗੁੰਝਲ ਸਾਡੀ ਸੁਲਝ ਜਾਂਦੀ ਹੈ। ਔਰ ਕਰੀਬ ਕਰੀਬ ਕਲਾਸ ਦੇ ਵਿੱਚ ਆਉਣ ਵਾਲੇ ਸਾਰੇ ਵੀਰ ਭੈਣਾਂ, ਤੁਸੀਂ ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਹੋ ਕਿ ਜੋ ਰਜ਼ਾ ਭਾਣਾ ਹੈ, ਇਹ ਸਿਸਟਮ ਹੈ, ਲਾ ਆਫ ਨੇਚਰ ਹੈ। ਜੇ ਚੀਜ਼ ਦੀ ਸਮਝ ਆ ਜਾਏ ਨਾ ਕਿ ਸਾਰਾ ਕੁਝ ਸਿਸਟਮ ਦੇ ਅੰਦਰ ਹੋ ਰਿਹਾ ਹੈ, ਸਿਸਟਮ ਦੇ ਅੰਦਰ ਰਹਿ ਕੇ ਜੇ ਕਿਸੇ ਚੀਜ਼ ਨੂੰ ਸਮਝਿਆ ਜਾਏ ਤਾਂ ਹੀ ਉਹਦੀ ਸਮਝ ਆ ਸਕਦੀ ਹੈ, ਉਹਦੇ ਤੋਂ ਬਾਹਰ ਨਹੀਂ। ਇਸੇ ਨੂੰ ਕਹਿੰਦੇ ਨੇ ਜਿਸ ਬੁਝਾਏ ਹੈ ਸੋ ਬੁਝ ਸੀ ਸੱਚਿਆ, ਕਿਆ ਜਨਤ ਵਿਚਾਰੀ। ਇਹਨਾਂ ਜਨਤਾ ਵਿਚਾਰਾਂ ਦੇ ਵਸ ਵਿੱਚ ਕੀ ਹੈ ਕਿ ਸਿਸਟਮ ਤੋਂ ਬਾਹਰ ਜਾ ਕੇ ਕੁਝ ਸਮਝ ਸਕਣ, ਰਜ਼ਾ ਤੋਂ ਬਾਹਰ ਜਾ ਕੇ ਕੁਝ ਸਮਝ ਸਕਣ। ਹੁਣ ਰਜ਼ਾ ਤੋਂ ਬਾਹਰ ਜਾ ਕੇ ਤਾਂ ਕੁਝ ਸਮਝ ਨਹੀਂ ਨਾ ਆ ਸਕਦੀ, ਲੇਕਿਨ ਜਦੋਂ ਅਸੀਂ ਰਜ਼ਾ ਨੂੰ ਸਮਝਦੇ ਹਾਂ ਫਿਰ ਸਾਡੀ ਸਮਝ ਵਿੱਚ ਗੱਲ ਬਹਿ ਜਾਂਦੀ ਹੈ। ਤਾਂ ਰਜ਼ਾ ਔਰ ਭਾਣੇ ਦੇ ਅੰਦਰ ਅਸੀਂ ਜ਼ਿੰਦਗੀ ਜੀਣੀ ਹੈ, ਬੱਧੇ ਚੱਟੀ ਭਰਨ ਵਾਲਾ ਕਾਰਜ ਨਹੀਂ ਕਰਨਾ, ਔਰ ਸੰਸਾਰ ਵਿੱਚ ਰਹਿੰਦਿਆਂ ਰੱਬੀ ਗੁਣਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ